मैं मनवीर कौर सोशल पोस्ट वेख रही सारी ऑडियंस का स्वागत करती हाँ। वीकेंड का खास प्रोग्राम रणजीत सिंह कुकी गिल जी नाल लैके तुहाडे सामने हाज़र हाँ और अज दे प्रोग्राम च गल करांगे कि जिहड़ा भारत है, भारत एक पोलीटिकल डेमोक्रेसी तां है, पर की ये एक सोशल ते इकनॉमिक डेमोक्रेसी भी बन पाया कि नहीं बन पाया? डायरैक्टिव प्रिंसिपल्स ऑफ कॉन्स्टिट्यूशन जिहड़े उत्थे दित्ते गए ने स्टेट पॉलिसी दे, ओहदे ते यूनीफॉर्म सिविल कोड ਦੇ ਉੱਤੇ ਤਾਂ ਬਹਿਸ ਸ਼ੁਰੂ ਹੋ ਜਾਂਦੀ ਆ ਪਰ ਜਿਹੜੇ ਬਾਕੀ ਦੇ ਸਿਧਾਂਤ ਨੇ ਉਹਨਾਂ ਵੱਲ ਕਿਤੇ ਵੀ ਸਰਕਾਰਾਂ ਦਾ ਧਿਆਨ ਨਹੀਂ ਹੈਗਾ ਕਿ ਯੂਨੀਫਾਰਮ ਸਿਵਲ ਕੋਡ ਇੱਕ ਕੰਟਰੋਵਰਸ਼ੀਅਲ ਇਸ਼ੂ ਹੈ ਔਰ ਲੋਕਾਂ ਦੇ ਵਿੱਚ ਇੱਕ ਹਲਚਲ ਪੈਦਾ ਕਰਦਾ ਇਸ ਕਰਕੇ ਪਪੂਲੈਰਿਟੀ ਦੇ ਵਿੱਚ ਆਉਣ ਲਈ ਇਸ ਮੁੱਦੇ ਨੂੰ ਵਾਰ-ਵਾਰ ਇਲੈਕਸ਼ਨਾਂ ਤੋਂ ਪਹਿਲਾਂ ਉਠਾ ਦਿੱਤਾ ਜਾਂਦਾ ਹੈ ਇਸ ਮਸਲੇ ਤੇ ਡਿਸਕਸ਼ਨ ਕਰਾਂਗੇ ਭਾਰਤ ਦੇ ਹਾਲਾਤਾਂ ਦੇ ਉੱਤੇ ਔਰ ਨਾਲ ਹੀ ਇੰਟਰਨੈਸ਼ਨਲ ਲੈਵਲ ਤੇ ਜਿਵੇਂ ਰਸ਼ੀਆ ਦੇ ਵਿੱਚ ਵੈਗਨਰ ਗਰੁੱਪ ਵੱਲੋਂ ਇੱਕ ਤਰ੍ਹਾਂ ਨਾਲ ਰਿਬੇਲੀਅਸ ਐਕਟ ਕੀਤਾ ਗਿਆ ਔਰ ਨਾਲ ਹੀ ਸਵੀਡਨ ਵਰਗੇ ਦੇਸ਼ਾਂ ਦੇ ਵਿੱਚ ਵੀ ਫਰੀडम ਆਫ ਐਕਸਪ੍ਰੈਸ਼ਨ ਨੂੰ ਲੈ ਕੇ ਔਰ ਧਾਰਮਿਕ ਮਸਲਿਆਂ ਦੇ ਉੱਤੇ ਬਹੁਤ ਮਸਲੇ ਖੜੇ ਨੇ ਉਹਨਾਂ ਤੇ ਚਰਚਾ ਕਰਾਂਗੇ ਮੈਂ ਸਭ ਤੋਂ ਪਹਿਲਾਂ ਕੁਕੀ ਗਿੱਲ ਜੀ ਨੂੰ ਸ਼ਾਮਿਲ ਕਰਦੇ ਹੋਏ ਮੋਸਟ ਵੈਲਕਮ ਕਹਿੰਨੀ ਆ ਸਰ ਮੋਸਟ ਵੈਲਕਮ ਥੈਂਕ ਯੂ ਸੋ ਮਚ ਮਨੀ ਸਰ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਤੇ ਚਰਚਾ ਜਿਹੜੀ ਆ ਹਰ ਚੋਣਾਂ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਇਹਦੇ ਪਿੱਛੇ ਲੌਜੀਕ ਇਹ ਦਿੱਤਾ ਜਾਂਦਾ ਹੈ ਕਿ ਸੰਵਿਧਾਨ ਦੇ ਅੰਦਰ ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਜਿਹੜੇ ਨੇ ਉਹਨਾਂ ਦੇ ਆਧਾਰ ਤੇ ਇਹ ਬਣਾਉਣਾ ਜ਼ਰੂਰੀ ਹੈ ਇੱਕ ਤਰ੍ਹਾਂ ਦੇ ਨਾਲ ਫੰਡਾਮੈਂਟਲ ਹੈਗਾ ਆ ਕੰਸਰਨ ਪਰ ਡਾਇਰੈਕਟਿਵ ਪ੍ਰਿੰਸੀਪਲਸ ਤਾਂ ਹੋਰ ਵੀ ਬਹੁਤ ਚੀਜ਼ਾਂ ਵੱਲ ਧਿਆਨ ਖਿੱਚਦੇ ਨੇ ਉਹ ਤਾਂ ਕਹਿੰਦੇ ਨੇ ਕਿ ਕੱਲੀ ਪੋਲੀਟੀਕਲ ਡੈਮੋਕ੍ਰੇਸੀ ਨਹੀਂ ਅਸਲ ਦੇ ਵਿੱਚ ਸਮਾਜਿਕ ਡੈਮੋਕ੍ਰੇਸੀ ਭਾਰਤ ਬਣੇ ਆਰਥਿਕ ਡੈਮੋਕ੍ਰੇਸੀ ਬਣੇ ਤੇ ਇਹ ਜਿਹੜੇ ਨਿਰਦੇਸ਼ਕ ਸਿਧਾਂਤ ਨੇ ਇਹਨਾਂ ਦੇ ਆਧਾਰ ਤੇ ਐਜੂਕੇਸ਼ਨ ਫ੍ਰੀ ਫॉर ਆਲ ਐਂਡ ਕੰਪਲਸਰੀ ਨਾਲ ਹੀ ਗੱਲ ਕਰਦੇ ਨੇ ਕਿ ਜਿਹੜੇ ਲੋਕਾਂ ਨੂੰ ਨਿਆਂ ਮਿਲੇ ਇਨਸਾਫ ਮਿਲੇ ਉਹਦੇ ਲਈ ਲੀਗਲ ਏਡ ਵੀ ਸਰਕਾਰ ਪ੍ਰੋਵਾਈਡ ਕਰਾਵੇ ਉਹਦਾ ਵੀ ਅੱਗੇ ਸਰਕਾਰ ਆਪਣੇ ਕਾਨੂੰਨ ਬਣਾਉਣ ਲੱਗੇ ਧਿਆਨ ਰੱਖੇ ਨਾਲ ਹੀ ਡਾਇਰੈਕਟਿਵ ਪ੍ਰਿੰਸੀਪਲ ਇਹ ਕਹਿੰਦੇ ਨੇ ਕਿ ਅਗਰ ਕੋਈ ਬੇਰੁਜ਼ਗਾਰ ਹੈ ਕੋਈ ਬਜ਼ੁਰਗ ਹੈਗਾ ਆ ਕੋਈ ਫਿਜ਼ੀਕਲੀ ਡਿਸੇਬਲ ਹੈਗਾ ਤਾਂ ਉਹਦੀਆਂ ਸਾਰੀਆਂ ਜ਼ਰੂਰਤਾਂ ਦਾ ਵੀ ਧਿਆਨ ਸਰਕਾਰ ਰੱਖੇ ਪਰ ਇਹਨਾਂ ਡਾਇਰੈਕਟਿਵ ਪ੍ਰਿੰਸੀਪਲਸ ਦੇ ਵਿੱਚੋਂ ਭਾਰਤ ਸਰਕਾਰ ਸਿਰਫ ਔਰ ਸਿਰਫ ਯੂਨੀਫਾਰਮ ਸਿਵਲ ਕੋਡ ਜੇ ਇਹਦੀ ਬਹਿਸ ਨੂੰ ਹਰ ਵਾਰੀ ਛੇੜ ਕੇ ਬਹਿ ਜਾਂਦੀ ਹੈ ਸਰ ਇਹ ਤੁਹਾਨੂੰ ਕੀ ਲੱਗਦਾ ਹੈ ਜਾਂ ਸਮੁੱਚੇ ਤੌਰ ਤੇ ਅਗਰ ਮੈਂ ਤੁਹਾਡੇ ਵੱਲ ਸਵਾਲ ਲੈ ਕੇ ਆਵਾਂ ਕਿ ਕਿਵੇਂ ਕੰਮ ਕਰ ਰਹੀ ਹੈ ਭਾਰਤ ਦੀ ਸਰਕਾਰ ਨਾਟ ਓਨਲੀ ਦਿਸ ਵਨ ਇਸ ਤੋਂ ਪਹਿਲੀਆਂ ਵੀ ਕਿਵੇਂ ਤੁਸੀਂ ਸਮ ਅਪ ਕਰੋਗੇ ਦ ਰਿਐਲਿਟੀ ਦ ਸਿਨੈਰੀਓਜ਼ ਮੈਂ ਨਾ ਪਹਿਲੇ ਮਨਵੀਰ ਇੰਟਰਵਿਊ ਸ਼ੁਰੂ ਕਰਨ ਤੋਂ ਪਹਿਲੇ ਦੋ ਅਜਿਹੀਆਂ ਪਰਸਨੈਲਿਟੀਜ਼ ਹੋਈਆਂ ਨੇ ਪਿਛਲੇ ਸਦੀਆਂ 'ਚ ਜਿਨ੍ਹਾਂ ਦਾ ਪੰਜਾਬ ਨਾਲ ਬਹੁਤ ਗੂੜਾ ਨਾਤਾ ਤੇ ਉਹਨਾਂ ਦਾ ਇੱਕ ਮਾਣ ਮੱਤਾ ਇਤਿਹਾਸ ਵੀ ਸਾਡੇ ਨਾਲ ਜੁੜਿਆ ਹੋਇਆ ਪੰਜਾਬ ਨਾਲ ਵੀ ਤੇ ਖਾਸ ਕਰਕੇ ਸਿੱਖ ਕੌਮ ਨਾਲ 25 ਜੂਨ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਇਸੇ ਤਰ੍ਹਾਂ ਉਹਨਾਂ ਦੀ 1716 'ਚ ਸ਼ਹਾਦਤ ਹੋਈ ਸੀ ਦਿੱਲੀ ਕੋਤਵਾਲੀ ਰੇਲਵੇ ਸਟੇਸ਼ਨ ਦੇ ਸਾਹਮਣੇ ਜਦ ਉਹਨਾਂ ਨੂੰ ਕੋਕ ਕੇ ਸ਼ਹੀਦ ਕੀਤਾ ਗਿਆ ਸੀ ਸਾਡੇ ਕੋਲੇ ਉਹਨਾਂ ਦੀ ਕੋਈ ਵਿਰਾਸਤ ਨਹੀਂ ਵੀ ਜਿੱਥੇ ਉਹ ਸ਼ਹੀਦ ਕੀਤੇ ਗਏ ਤੇ ਜਿੱਥੇ ਸੰਸਕਾਰ ਹੋਇਆ ਸੀ ਉਹਨਾਂ ਦਾ ਕੁਤਬ ਮੀਨਾਰ ਦੇ ਸਾਹਮਣੇ ਉਸ ਚੀਜ਼ ਦੀ ਜਿਹੜੀ ਹੈਗੀ ਆ ਚੀਜ਼ ਸਾਡੇ ਅੰਦਰ ਅੱਜ ਵੀ ਹੈਗੀ ਆ ਕਿਉਂਕਿ ਉਹਨਾਂ ਦੀ ਸ਼ਹਾਦਤ ਤੇ ਉਹਨਾਂ ਦਾ ਜੀਵਨ ਜਿਸ ਤਰ੍ਹਾਂ ਉਹਨਾਂ ਨੇ ਗੁਰੂ ਸਾਹਿਬ ਦਾ ਆਦੇਸ਼ ਨੂੰ ਅੱਗੇ ਤੋੜਿਆ ਤੇ ਪਹਿਲਾ 700 ਸਾਲ ਤੋਂ ਬਾਅਦ ਪਹਿਲੀ ਵਾਰੀ ਪੰਜਾਬ ਦੇ ਵਿੱਚ ਇੱਕ ਆਜ਼ਾਦ ਹਕੂਮਤ ਨੂੰ ਉਹਨਾਂ ਨੇ ਮਤਲਬ ਕਿ ਸੰਪੂਰਨ ਕੀਤਾ ਸੀਗਾ ਭਾਵੇਂ ਉਹਨਾਂ ਨੂੰ ਬਹੁਤਾ ਲੰਮਾ ਸਮਾਂ ਨਹੀਂ ਮਿਲਿਆ ਪਰ ਉਹਨਾਂ ਨੇ ਹੀ ਜਿਹੜੇ ਜ਼ਮੀਨਾਂ ਤੋਂ ਕੋਰੇ ਸੀ ਪਛੜੀਆਂ ਜਮਾਤਾਂ ਸੀ ਉਹਨਾਂ ਨੂੰ ਬਰਾਬਰਤਾ ਦਿੱਤੀ ਆਹ ਹੁੰਦਾ ਯੂਨੀਫਾਰਮ ਸਿਵਲ ਕੋਡ ਉਹਨਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਹੱਕ ਲੈ ਕੇ ਦਿੱਤੇ ਸੀ ਕਿਉਂਕਿ ਉਹ ਪਹਿਲੇ ਸਾਰੇ ਮਜਾਰੇ ਸੀਗੇ ਤੇ ਉਹ ਸਾਰੀ ਜ਼ਮੀਨਾਂ ਦੇ ਮਾਲਕ ਉਦੋਂ ਦੇ ਸਾਮਰਾਜ ਸੀਗੇ ਕਿਉਂਕਿ ਉਦੋਂ ਮੁਗਲ ਹਕੂਮਤ ਸੀਗੀ ਤੇ ਉਹਨਾਂ ਨੇ ਵੰਗਾਰਿਆ ਸੀ ਤੇ ਪਹਿਲੀ ਵਾਰੀ 700 ਸਾਲ ਦੇ ਪੀਰੀਅਡ ਤੋਂ ਬਾਅਦ ਪੰਜਾਬ ਇੱਕ ਆਪਣੇ ਆਪ 'ਚ ਖੁਦ ਮੁਖਤਿਆਰ ਆਜ਼ਾਦ ਹਿੱਸਾ ਬਣਿਆ ਸੀ ਇਸੇ ਤਰ੍ਹਾਂ 27 ਜੂਨ 1839 ਇਸ ਤਰ੍ਹਾਂ ਦਾ ਸ਼ਖਸ ਜਿਹੜਾ ਸੀਗਾ ਉਹਦਾ ਆਪਣਾ ਮਤਲਬ ਕਿ ਉਹਨਾਂ ਦੀ ਮੌਤ ਹੋਈ ਉਸ 'ਤੇ ਇਹ ਲਿਖਿਆ ਜਾਂਦਾ ਹੈਗਾ ਕਿ ਮੋਇਆ ਜਦੋਂ ਪੰਜਾਬ ਦਾ ਮਹਾਰਾਜਾ ਮੋਈ ਵੀਰਤਾ ਵੀਰ ਪੰਜਾਬੀਆਂ ਦੀ ਤਾਂ ਇਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ ਇਸ ਮਹਾਰਾਜਾ ਰਣਜੀਤ ਸਿੰਘ ਬਾਰੇ ਇਹ ਕਿਹਾ ਜਾਂਦਾ ਕਿਉਂਕਿ ਉਸ ਤੋਂ ਬਾਅਦ ਅਸੀਂ ਮੁੜ ਕੇ ਨਾ ਤਾਂ ਉਹ ਆਪਣਾ ਰਾਜ ਸਿਰਜ ਸਕੇ ਇੱਥੋਂ ਤੱਕ ਕਿ ਜਿਹੜੀਆਂ ਆਉਣ ਵਾਲੀਆਂ ਉਸ ਤੋਂ ਬਾਅਦ ਅਕਾਲੀ ਸਿਆਸਤਾਂ ਸੀਗੀਆਂ
ਉਹਨਾਂ ਨੇ ਸਾਡਾ ਉਹ ਸੁਪਨਾ ਸਦਾ ਲਈ ਹੀ ਸਾਡੇ ਤੋਂ ਅਲੋਪ ਕਰ ਦਿੱਤਾ, ਜਿਹਦੀ ਚੀਜ਼ ਸਾਡੇ ਅੰਦਰ ਅੱਜ ਵੀ ਹੈਗੀ ਆ। ਤੇ ਕਿਉਂਕਿ ਦੁਨੀਆ ਵਿੱਚ ਜੇ ਕੋਈ ਬਿਹਤਰੀਨ ਰਾਜ ਪਿਛਲੀ 1.5 ਸਦੀ ਤੋਂ ਉੱਪਰ ਦੇ ਸਮੇਂ ਦਾ ਜਾਣਿਆ ਜਾਂਦਾ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ। ਇਹ ਬਕਾਇਦਾ BBC ਨੇ ਸਟੱਡੀ ਕਰਾਈ ਸੀ। 5000 ਸਕਾਲਰਸ ਉਹਨਾਂ ਨੇ ਲਾਏ ਸੀਗੇ ਜਿਨ੍ਹਾਂ ਨੇ ਸਟੱਡੀ ਕੀਤਾ ਸੀ ਕਿ ਜਿਹੜੇ ਇਸ 150 ਸਾਲ ਪਹਿਲਿਆਂ ਦੀ ਜੋ ਹਕੂਮਤਾਂ ਰਹੀਆਂ ਨੇ ਉਹਨਾਂ ਬਾਰੇ ਉਹਨਾਂ ਦਾ ਕੀ ਐਨਾਲਿਸਿਸ ਹੈਗਾ। ਹੁਣ ਆਪਾਂ ਆਉਣੇ ਤੁਹਾਡੇ ਵਾਲੀ ਗੱਲ 'ਤੇ ਕਿ ਇੱਥੇ ਪੰਜਾਬ ਅਤੇ ਭਾਰਤ ਦੀ ਸਿਆਸਤ ਅਤੇ ਇਹਨਾਂ ਦੇ ਸਿਆਸਤਦਾਨਾਂ ਦੀ ਕੀ ਸੋਚ ਆ। ਇੱਥੇ ਕੋਈ ਹਾਲਾਤ ਨਹੀਂ ਸਮਝਦਾ ਅਤੇ ਕੋਈ ਜਜ਼ਬਾਤ ਨਹੀਂ ਸਮਝਦਾ। ਇਹ ਤਾਂ ਆਪਣੀ ਆਪਣੀ ਸਮਝ ਹੈ। ਕੋਈ ਕੋਰਾ ਕਾਗਜ਼ ਵੀ ਪੜ੍ਹ ਲੈਂਦਾ ਹੈ ਅਤੇ ਕੋਈ ਪੂਰੀ ਕਿਤਾਬ ਵੀ ਨਹੀਂ ਸਮਝਦਾ। ਇਹ ਜਿਹੜੇ ਇਹਨਾਂ ਦੇ ਵਲਵਲੇ ਹੈਗੇ ਆ ਜੋ ਕੇਂਦਰੀ ਰੂਲਿੰਗ ਪਾਰਟੀ ਹੈਗੀ ਆ, ਕਿਉਂਕਿ ਇਹ ਜਦੋਂ ਦੇ ਇਹ ਸਿਆਸਤ ਵਿੱਚ ਆਏ ਆ ਇਹਨਾਂ ਦੇ 3 ਪ੍ਰਮੁੱਖ ਗੋਲ ਸੀਗੇ। ਇੱਕ ਤਾਂ ਇਹਨਾਂ ਨੇ ਕਿਹਾ ਸੀ ਕਿ ਅਸੀਂ ਬਾਬਰੀ ਮਸਜਿਦ ਢਾਹ ਕੇ ਰਾਮ ਮੰਦਰ ਉਸਾਰਨਾ ਹੈਗਾ। ਇਸ ਤੋਂ ਬਾਅਦ ਅਸੀਂ ਉਹ ਕਸ਼ਮੀਰ ਦੇ ਜਿਹੜੇ ਸਪੈਸ਼ਲ ਰਾਈਟਸ ਨੇ ਆਰਟੀਕਲ 370 ਉਹਨੂੰ ਭੰਨਣਾ ਹੈਗਾ। ਅਤੇ ਤੀਜਾ ਸੀਗਾ ਕਿ ਇਹਨਾਂ ਨੇ ਯੂਨੀਫਾਰਮ ਸਿਵਲ ਕੋਡ ਲਿਆਉਣਾ ਤਾਂ ਕਿ ਜਿਹੜੀ ਡਾਇਵਰਸਿਟੀ ਹੈਗੀ ਆ ਇੰਡੀਆ ਦੀ, ਇਹ ਸਾਰੇ ਸਬ ਕੰਟੀਨੈਂਟ ਦੀ, ਉਹਨੂੰ ਇੱਕ ਅਖੰਡ ਭਾਰਤ ਦੀ ਸ਼ਕਲ ਦੇ ਕੇ ਉਹਨੂੰ ਸਾਰੇ ਨੂੰ ਹਿੰਦੂਇਜ਼ਮ ਨਹੀਂ ਹਿੰਦੂਤਵਾ ਆਈਡੀਓਲੋਜੀ ਦੇ ਨਾਲ ਉਹਨੂੰ ਪਰੋਣਾ ਹੈਗਾ। ਅਤੇ ਬਾਕੀ ਸਾਰੇ ਜਿੰਨੀਆਂ ਵੀ ਇੱਥੇ ਵਸੋਂ ਨੇ ਜਾਂ ਕੋਈ ਵੀ ਅੱਡ ਅੱਡ ਕਬੀਲੇ ਨੇ ਕੌਮਾਂ ਨੇ ਉਹਨਾਂ ਸਾਰਿਆਂ ਨੂੰ ਮਾਈਨੋਰਟੀਜ਼ ਨੇ ਉਹਨਾਂ ਨੂੰ ਇਸ ਮੈਜੋਰਿਟੇਰੀਅਨਿਜ਼ਮ ਦੀ ਹਿੰਦੂਤਵਾ ਸੋਚ ਦੇ ਥੱਲੇ ਲਿਆ ਕੇ ਖੜਾ ਕਰਨਾ ਹੈ। ਜਾਂ ਉਹਨਾਂ ਨੂੰ ਉਹ ਸੋਚ ਮੰਨਣੀ ਪਊਗੀ, ਨਹੀਂ ਫਿਰ ਇਹ ਜਿਸ ਤਰ੍ਹਾਂ ਵੀ ਇਹਨਾਂ ਦਾ ਚੱਲੂਗੀ ਹਕੂਮਤ ਉਸ ਰਾਹੀਂ ਇਹ ਮਨਾਉਣਾ ਚਾਹੁੰਦੇ। ਕਿਉਂਕਿ ਜਿਹੜਾ ਯੂਨੀਫਾਰਮ ਸਿਵਲ ਕੋਡ ਆ ਜੋ ਜਿਸ ਦਾ ਕਿ ਹੁਣ ਮਤਲਬ ਕਿ ਜ਼ੋਰਦਾਰ ਪ੍ਰਚਾਰ ਕਰ ਰਹੇ, ਪਹਿਲੇ ਹਜੇ ਇਹ ਇਸ਼ੂ ਜਿਹੜਾ ਸੀਗਾ ਬੈਕ ਬਰਨਰ 'ਤੇ ਸੀਗਾ, ਹੁਣ ਇਹਨੂੰ ਨੈਸ਼ਨਲ ਸਪੌਟਲਾਈਟ 'ਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਲੈ ਕੇ ਆਂਦਾ। ਕਿਉਂਕਿ ਜਦੋਂ ਹੁਣ ਇਹ US ਦੀ ਫੇਰੀ ਤੋਂ ਆਏ ਆ ਉਸ ਤੋਂ ਬਾਅਦ ਇਹਨਾਂ ਦਾ ਕਾਫੀ ਵਿਵਾਦ ਛਿੜਿਆ ਦੁਨੀਆ ਦੀ ਪ੍ਰੈਸ ਵਿੱਚ। ਕਿਉਂਕਿ ਦੁਨੀਆ ਦੀ ਪ੍ਰੈਸ ਵਿੱਚ ਜਿਸ ਤਰ੍ਹਾਂ ਦੀ ਇਹਨਾਂ ਦੀ ਪ੍ਰੈਸ ਕਾਨਫਰੰਸ ਦੌਰਾਨ ਵਰਤੀਰਾ ਸੀ ਅਤੇ ਉਸ ਤੋਂ ਬਾਅਦ ਜਿਹੜਾ ਉਹ ਪੱਤਰਕਾਰ ਨੂੰ ਸਿੰਗਲ ਆਊਟ ਕੀਤਾ ਗਿਆ ਉਹਦੇ ਬਾਰੇ ਜਿਸ ਤਰ੍ਹਾਂ ਵਾਈਟ ਹਾਊਸ ਪ੍ਰੈਜ਼ੀਡੈਂਟ ਦੇ ਜਿਹੜੇ ਸੈਕਟਰੀ ਨੇ ਪ੍ਰੈਸ ਸੈਕਟਰੀ ਉਹਨਾਂ ਨੇ ਅਤੇ ਸਟੇਟ ਡਿਪਾਰਟਮੈਂਟ US ਨੇ ਜਿੱਦਾਂ ਦੀ ਸਟਰੋਂਗ ਰਿਐਕਸ਼ਨ ਅਤੇ ਵਰਡਡ ਉਹਨਾਂ ਨੇ ਕੰਡੈਮਨੇਸ਼ਨ ਕੀਤੀ ਹੈ ਅਤੇ ਇੱਕ ਤਰ੍ਹਾਂ ਨਾਲ ਵਾਰਨ ਵੀ ਕੀਤਾ ਇੰਡੀਆ ਨੂੰ ਕਿ ਯੂ ਕੈਂਟ ਮੈਡਲ ਇਨ ਅਵਰ ਅਫੇਅਰਸ ਲਾਈਕ ਦੈਟ, ਅਤੇ ਤੁਸੀਂ ਸਾਡੇ ਜਰਨਲਿਸਟਾਂ ਨੂੰ ਐ ਥ੍ਰੈਟਨ ਨਹੀਂ ਕਰ ਸਕਦੇ। ਉਸ ਚੀਜ਼ ਨਾਲ ਜਿਹੜੀ ਇਹਨਾਂ ਨੂੰ ਬੈਡ ਪਬਲਿਸਿਟੀ ਮਿਲੀ ਆ USA ਟੂਰ ਦੀ ਉਹਨੂੰ ਇਮੀਡੀਏਟਲੀ ਇਹਨਾਂ ਨੇ ਕਵਰ ਅਪ ਕਰਨ ਲਈ ਯੂਨੀਫਾਰਮ ਸਿਵਲ ਕੋਡ ਦਾ ਮੁੱਦਾ ਵੱਡੇ ਪੱਧਰ 'ਤੇ ਉਛਾਲਿਆ ਹੈਗਾ। ਕਿਉਂਕਿ ਇੱਥੇ ਜਿਹੜਾ ਹੈਗਾ ਕੁਝ ਸਾਲ ਪਹਿਲਾਂ ਇਸੇ ਯੂਨੀਫਾਰਮ ਸਿਵਲ ਕੋਡ ਬਾਰੇ 21ਵੇਂ ਜਿਹੜਾ ਕਾਨੂੰਨ ਕਮਿਸ਼ਨ ਆ ਉਹਨਾਂ ਨੇ ਲੰਮੀ ਸੋਚ ਵਿਚਾਰ ਕੀਤੀ ਸੀਗੀ। ਇਸ ਤੋਂ ਬਾਅਦ ਉਹ ਇਸ ਨਿਰਣੇ 'ਤੇ ਪਹੁੰਚੇ ਸੀ ਕਿ ਇੰਡੀਆ ਇੱਕ ਬੜਾ ਡਾਈਵਰਸ ਅਤੇ ਬੜਾ ਹੀ ਵਿਭਿੰਨਤਾ ਵਾਲਾ ਮੁਲਕ ਹੈਗਾ। ਸਾਰਾ ਹੀ ਸਬ ਕੰਟੀਨੈਂਟ ਜਿਹੜਾ ਹੈਗਾ, ਚਾਹੇ ਤੁਸੀਂ ਦੇਖ ਲਓ ਉੱਧਰ ਰੋਹਿੰਗਾਸ ਨੇ ਬਰਮਾ ਦੇ ਵਿੱਚ, ਉੱਥੇ ਬੋਧੀ ਨੇ, ਕਿਸ ਤਰ੍ਹਾਂ ਦੀ ਸਾਰੇ ਥਾਵਾਂ 'ਤੇ ਡਾਇਵਰਸਿਟੀ ਹੈ। ਤੁਹਾਡੇ ਮਨੀਪੁਰ 'ਚ ਦੇਖ ਲਓ ਹੁਣ ਇੰਡੀਆ ਦੇ ਉੱਥੇ ਕਿਸ ਤਰ੍ਹਾਂ ਜਿਹੜੀ ਇਸ ਤਰ੍ਹਾਂ ਦੀਆਂ ਚੀਜ਼ ਦੀ ਆਵਾਜ਼ ਉੱਠ ਰਹੀ ਹੈਗੀ ਹੈ। ਕਿਉਂਕਿ ਉੱਥੇ ਡਿਵੀਜ਼ਨਸ ਇੰਨੀਆਂ ਕ੍ਰੀਏਟ ਕਰ ਦਿੱਤੀਆਂ ਗਈਆਂ ਜਿਹੜੇ ਕਿ ਕਬੀਲੇ ਕਦੀ ਆਪਸ 'ਚ ਮਤਲਬ ਕਿ ਸਕਿਆਂ ਸੰਬੰਧੀਆਂ ਵਾਂਗੂ ਰਹਿੰਦੇ ਸੀ, ਅੱਜ ਉਹ ਇੱਕ ਦੂਜੇ ਦੀ ਮੌਤ ਦੇ ਪਿਆਸੇ ਨੇ। ਏਡੇ ਏਡੇ ਮੈਂ ਦੇਖ ਰਿਹਾ ਹੁਣ ਪਿਛਲੇ ਸਮੇਂ 'ਚ ਕਿ ਜਿਹੜੇ ਮਨੀਪੁਰ ਦੇ ਪੋਲੀਟੀਸ਼ੀਅਨਸ ਨੇ ਉਹ ਕਿੰਨੇ ਆਰਟੀਕੂਲੇਟ ਨੇ, ਕਿੰਨੀ ਉਹ ਵਿਚਾਰਾਂ ਦੇ ਨਾਲ ਅਤੇ ਸ਼ੁੱਧਤਾ ਦੇ ਨਾਲ ਆਪਣਾ ਪੱਖ ਦੱਸ ਰਹੇ ਨੇ। ਕਿਉਂਕਿ ਹੁਣ ਉੱਥੇ ਡੀਪ ਡਿਵੀਜ਼ਨਸ ਕ੍ਰੀਏਟ ਹੋ ਗਈਆਂ ਹੋਈਆਂ ਬਿਟਵੀਨ ਕੁੱਕੀਜ਼ ਅਤੇ ਮਤਈਸ ਦੇ ਵਿੱਚ। ਮਤਈਸ ਮੋਸਟਲੀ ਜਿਹੜੇ ਹਿੰਦੂ ਦਾ ਰਿਲੀਜਨ ਨਾਲ ਸੰਬੰਧ ਰੱਖਦੇ ਨੇ ਅਤੇ ਕੁੱਕੀਜ਼ ਜਿਹੜੇ ਨੇ ਉਹ ਮੋਸਟਲੀ ਕ੍ਰਿਸਚਨਸ ਨੇ। ਉੱਥੇ ਕਿਵੇਂ ਗਿਰਜਾ ਘਰ ਸਾੜੇ ਗਏ, ਈਵਨ ਕਿ ਉਹਨਾਂ ਦੇ ਨਾਮੀ ਪੋਲੀਟੀਸ਼ੀਅਨਸ ਮੈਂਬਰ ਪਾਰਲੀਮੈਂਟਸ ਉਹਨਾਂ ਨੂੰ ਜਾ ਕੇ ਕੈਂਪਾਂ ਵਿੱਚ ਸ਼ਰਨ ਲੈਣੀ ਪਈ। ਪਰ ਉਸ ਤੋਂ ਬਾਅਦ ਜਿਵੇਂ ਮੈਂ ਉਹਨਾਂ ਦੀਆਂ ਕਰਨ ਥਾਪਰ ਨਾਲ ਇੰਟਰਵਿਊਜ਼ ਦੇਖ ਰਿਹਾ ਸੀ, ਆਈ ਵਾਜ਼ ਫੀਲਿੰਗ ਕਿ ਸਾਡੇ ਤਾਂ ਪੰਜਾਬ 'ਚ ਇੱਕ ਵੀ ਇੱਦਾਂ ਦਾ ਲੀਡਰ ਹੈ ਨਹੀਂ ਜਿਹੜਾ ਆਰਟੀਕੂਲੇਸ਼ਨ ਦੇ ਨਾਲ ਆਪਣਾ ਪੱਖ ਰੱਖ ਸਕਣ।
ਇਹ ਚੀਜ਼ਾਂ ਜਿਹੜੀਆਂ ਨੇ ਡੂ ਮੈਟਰ ਕਰਦੀਆਂ, ਜਦ ਕਿ ਉਸ ਤਰ੍ਹਾਂ ਕਾਨੂੰਨ ਕਮਿਸ਼ਨ ਨੇ ਬੜਾ ਸਟ੍ਰਿਕਟਲੀ ਵਾਰਨ ਕੀਤਾ ਸੀ ਗਵਰਨਮੈਂਟ ਨੂੰ ਕਿ ਇਸ ਤਰ੍ਹਾਂ ਦਾ ਕੋਈ ਵੀ ਉਪਰਾਲਾ ਕੀਤਾ ਨਾ ਜਾਵੇ। ਜਦੋਂ ਇੰਡੀਆ ਦਾ ਕਨਸਟੀਟਿਊਸ਼ਨ ਲਿਖਿਆ ਗਿਆ ਉਸ ਤੋਂ ਬਾਅਦ ਡਾਕਟਰ BR ਅੰਬੇਦਕਰ ਨੇ ਵੀ ਇਸ ਚੀਜ਼ ਦਾ ਇਸ਼ੂ ਉਠਾਇਆ ਸੀ ਇਸੇ ਤਰ੍ਹਾਂ ਦਾ, ਜਿਵੇਂ ਤੁਸੀਂ ਕਹਿੰਦੇ ਹੋ ਨਾ ਕਿ ਵਿਭਿੰਨਤਾ ਜਿਹੜੀ ਹੈਗੀ ਆ, ਉਹਨਾਂ ਨੇ ਕਿਹਾ ਸੀ ਵੀ ਠੀਕ ਹੈ ਇੱਥੇ ਸਿਆਸਤ ਦੀ ਬਰਾਬਰੀ ਹੋ ਸਕਦੀ ਆ, ਪਰ ਜਦ ਤੱਕ ਆਰਥਿਕ ਤੇ ਸਮਾਜਿਕ ਬਰਾਬਰਤਾ ਨਹੀਂ ਆਊਗੀ ਸਮਾਜ ਦੇ ਵਿੱਚ, ਤੇ ਉਸ ਸਮਾਜਿਕ ਬਰਾਬਰਤਾ ਦੇ ਵਿੱਚ ਸਾਰੇ ਆਪਣਾ ਜਿਸ ਤਰ੍ਹਾਂ ਦਾ ਉਹਨਾਂ ਦਾ ਰਹਿਣ ਬਸੇਰਾ ਹੈਗਾ, ਕਲਚਰਲੀ ਹੈਗਾ, ਸੋਸ਼ਲੀ ਹੈਗਾ, ਰਿਲੀਜੀਅਸਲੀ ਹੈਗਾ, ਉਸ ਚੀਜ਼ ਨੂੰ ਬਤੌਰ ਆਜ਼ਾਦਨੁਮਾ ਤਰ੍ਹਾਂ ਤੇ ਉਹਨੂੰ ਰਹਿਣ ਦਿੱਤਾ ਜਾਊਗਾ, ਤਾਂ ਇਹ ਕਿਤੇ ਜਾ ਕੇ ਸਮਾਜ ਨੂੰ ਆਪਾਂ ਕਹਿ ਸਕਦੇ ਹਾਂ ਕਿ ਆਪਾਂ ਠੀਕ ਲੀਹਾਂ ਤੇ ਸਿਰਜ ਰਹੇ ਹਾਂ। ਤੁਸੀਂ ਦੇਖ ਲਓ ਜਿਹੜੀ ਇਹ ਲੋਕ ਸਭਾ ਦਾ ਇੰਨਾ ਦਿਖਾਇਆ, ਪਾਰਲੀਮੈਂਟ ਦਾ ਕਿੱਡਾ ਵੱਡਾ ਪ੍ਰਗਟਾਵਾ ਕੀਤਾ ਜਦੋਂ ਨਵੀਂ ਪਾਰਲੀਮੈਂਟ ਦਾ ਉਦਘਾਟਨ ਹੋਇਆ, ਪਰ ਜੇ ਆਪਾਂ ਨਿਗਾਹ ਮਾਰੀਏ ਜਿਹੜੀ ਹੁਣ ਪ੍ਰੈਜ਼ੈਂਟ 17th ਲੋਕ ਸਭਾ ਹੈਗੀ ਸਿੰਸ 1947, ਤੇ ਜਿਹੜੀਆਂ ਇਹਦੇ ਵਿੱਚ ਪਿਛਲੇ 4 ਸਾਲਾਂ ਵਿੱਚ ਸਿਟਿੰਗਸ ਹੋਈਆਂ ਨੇ ਲੋਐਸਟ ਐਵਰ ਹੈਗੀਆਂ ਨੇ ਸਿੰਸ 1952, ਕਿਉਂਕਿ ਉਦੋਂ ਕਈ ਜਿਹੜੀਆਂ ਲੋਕ ਸਭਾ ਦੇ ਟਾਈਮ ਫਰੇਮ ਸੀਗੇ ਉਹ ਪੂਰੇ 5 ਸਾਲ ਹੈ ਨਹੀਂ ਸੀ। ਇੱਕ ਵਾਰ ਤਾਂ ਇਹ ਸੀ ਕਿ ਇਹਨਾਂ ਨੂੰ ਲੋਕ ਸਭਾ ਦੀ ਟਰਮ 6 ਸਾਲ ਤੱਕ ਰੱਖਣੀ ਪਈ ਸੀ, ਕਿਉਂਕਿ ਉਦੋਂ ਫਾਊਂਡੇਸ਼ਨ ਈਅਰ ਸੀਗੇ ਇੰਡੀਆ ਦੇ, ਕਿਉਂਕਿ ਇੰਨੇ ਲੰਮੇ ਚਿਰ ਤੋਂ ਬਾਅਦ ਪਹਿਲੀ ਵਾਰੀ ਭਾਰਤ ਨੂੰ ਇੱਕ ਆਪਣਾ ਨਿਜ਼ਾਮ ਮਿਲਿਆ ਸੀਗਾ, ਕਿਉਂਕਿ ਸਦੀਆਂ ਤੱਕ ਭਾਰਤ ਦੇ ਅੰਦਰ ਬਾਹਰਲੀਆਂ ਹਕੂਮਤਾਂ ਰਹੀਆਂ ਨੇ, ਚਾਹੇ ਮੁਗਲਾਂ ਦੀ ਰਹੀ ਆ ਜਾਂ ਹੋਰ ਅੱਡ ਪੀਰੀਅਡਸ ਰਹੇ ਨੇ, ਈਵਨ ਅਸ਼ੋਕਾ ਤੋਂ ਬਾਅਦ, ਚੰਦਰ ਮੌਰੀਆ, ਗੁਪਤਾ ਤੋਂ ਬਾਅਦ ਇੱਥੇ ਬਹੁਤ ਕੁਛ ਤਬਦੀਲ ਹੋਇਆ, ਤੇ ਇੱਥੇ ਉਸ ਦੇ ਨਾਲ ਬਹੁਤ ਡਾਇਵਰਸਿਟੀ ਆਈ ਹੈਗੀ, ਕਿਉਂਕਿ ਮੁਗਲ ਜਿਹੜੇ ਸੀਗੇ ਬਹੁਤਾ ਜਿਹੜਾ ਰਾਜ ਬਾਬਰ ਦਾ ਸ਼ੁਰੂ ਆਇਆ ਉਹ ਆਏ ਸੀਗੇ ਪਰਸ਼ੀਅਨ ਪੈਨਸੂਲਾ ਤੋਂ ਉੱਠ ਕੇ। ਉਸ ਤੋਂ ਬਾਅਦ ਉਹਨਾਂ ਨੇ ਕਿਸ ਤਰ੍ਹਾਂ ਰਾਜ ਕੀਤਾ, ਫਿਰ ਅਕਬਰ ਦਾ ਰਾਜ ਆਇਆ ਜਿਹੜਾ ਕਿ ਹੁਣ ਇਹ ਰੀਰਾਈਟ ਕਰਨਾ ਚਾਹੁੰਦੇ ਹਿਸਟਰੀ ਦੇ ਰਾਹੀਂ, ਤਾਂ ਕਿ ਇੱਥੇ ਸਿਰਫ ਉਹੀ ਪੱਖ ਆਉਣ ਜਿਹੜੇ ਕਿ ਇਹਨਾਂ ਦੀ ਹਿੰਦੂਤਵ ਆਈਡੀਓਲੋਜੀ ਨੂੰ ਅੱਗੇ ਰੱਖਦੇ ਨੇ, ਪਰ ਇਸ ਆਈਡੀਓਲੋਜੀ ਦੇ ਰਾਹੀਂ ਇਹ ਇੱਥੇ ਸਮਾਜ ਨੂੰ ਬੜੀ ਬੁਰੀ ਤਰ੍ਹਾਂ ਤਰੇੜ ਰਹੇ ਨੇ। ਤੁਸੀਂ ਦੇਖੋ ਪਰੋਲਾ ਉੱਤਰਾਖੰਡ ਦੇ ਵਿੱਚ ਕੀ ਹੋਇਆ ਹੈਗਾ, ਉੱਥੇ ਹੁਣ ਜਿਹੜੇ 47 ਪਰਿਵਾਰ ਉੱਥੇ ਰਹਿੰਦੇ ਸੀ ਉਹਨਾਂ 'ਚੋਂ 38 ਪਰਿਵਾਰ ਜਾ ਚੁੱਕੇ ਆ, ਕਿੰਨੇ ਪਰਿਵਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਆਪਣੀ ਬੇਬਸੀ ਦੀ ਜ਼ਿੰਦਗੀ ਕੱਟ ਰਿਹਾ, ਜਿੱਥੇ ਕਿ ਸਾਰਾ ਇਹ ਤਾਨਾ ਬਾਨਾ ਕਹਿ ਰਹੇ ਕਿ ਅਸੀਂ ਯੂਨੀਫਾਰਮ ਸਿਵਲ ਕੋਡ ਦੇ ਵਿੱਚ ਪੂਰੀ ਸਮਾਜਿਕ ਜਿਹੜੀ ਹੈਗੀ ਲੋਕਾਂ ਨੂੰ ਬਰਾਬਰਤਾ ਦੇ ਰਹੇ। ਇੱਕ ਪਾਸੇ ਸਮਾਜ ਉੱਜੜ ਰਿਹਾ, ਤੁਹਾਡੇ ਪਾਸੇ ਮਣੀਪੁਰ ਸੜ ਰਿਹਾ ਹੈਗਾ, ਕਿਸ ਤਰ੍ਹਾਂ ਉਹਨਾਂ ਦੇ ਲੋਕ ਫਰਿਆਦ ਲੈ ਕੇ ਜਨੇਵਾ 'ਚ ਬੈਠਿਆ, ਕੁੱਕੀ ਕਮਿਊਨਿਟੀ ਦੇ ਉੱਥੇ ਤੰਬੂ ਲਾਈ ਬੈਠਿਆ, ਝੱਖੜ ਦੇ ਵਿੱਚ ਮੀਆਂ ਦੇ ਵਿੱਚ ਉਹ ਬੈਠਿਆ ਯੂਨਾਈਟਿਡ ਨੇਸ਼ਨਸ ਹੈੱਡਕੁਆਟਰ ਦੇ ਸਾਹਮਣੇ ਜੀ, ਤਾਂ ਕਿ ਸਾਡੀ ਫਰਿਆਦ ਜੇ ਨਹੀਂ ਇੱਥੇ ਸੁਣੀ ਜਾ ਰਹੀ, ਸ਼ਾਇਦ ਸਾਡੀ ਇੰਟਰਨੈਸ਼ਨਲ ਕਮਿਊਨਿਟੀ ਸਾਡੀ ਫਰਿਆਦ ਸੁਣੇ। ਤੁਸੀਂ ਦੇਖ ਲਓ ਕਿਵੇਂ ਰੋਹਿੰਗਾਸ ਜਿਹੜੇ ਹੈਗੇ ਆ ਭਾਰਤ ਵਿੱਚ ਜਿਨ੍ਹਾਂ ਨੇ ਸ਼ਰਨ ਲਈ ਆ, ਉਹ ਇੱਥੇ ਵੀ ਵਿਚਾਰੇ ਕੈਦਨੁਮਾ ਜ਼ਿੰਦਗੀ 'ਚ ਰਹਿ ਰਹੇ ਨੇ, ਉਹਨਾਂ ਨੂੰ ਇਹ ਕਿਸੇ ਨਾ ਕਿਸੇ ਕੋਸ਼ਿਸ਼ ਰਾਹੀਂ ਦੁਬਾਰਾ ਧਕੇਲਿਆ ਜਾ ਰਿਹਾ ਬਰਮਾ ਦੇ ਵਿੱਚ। ਅੱਜ ਜੇ ਕੋਈ ਸਾਰਿਆਂ ਨਾਲੋਂ ਮਿਲੀਅਨ ਪਲੱਸ ਜਿਹੜੀ ਬੈਠੀ ਹੈ ਰਿਫਿਊਜੀ, ਮਤਲਬ ਕਿ ਰਿਫਿਊਜੀਸ ਬੈਠੇ ਨੇ ਔਰ ਰੋਹਿੰਗਾਸ ਨੇ, ਤੁਸੀਂ ਜਾ ਕੇ ਦੇਖੋ ਬੰਗਲਾਦੇਸ਼ ਦੇ ਵਿੱਚ ਕਿੱਡਾ ਵੱਡਾ ਉਹਨਾਂ ਦਾ ਕੈਂਪ ਹੈਗਾ, ਤੇ ਉਹ ਕਿੰਨੇ ਸਾਲਾਂ ਤੋਂ ਹੀ ਹੁਣ ਉੱਥੇ ਰਹਿ ਰਹੇ ਆ। ਇਹ ਚੀਜ਼ਾਂ ਤਾਂ ਟੁੱਟੀਆਂ ਨੇ। ਜੇ ਹੁਣ ਆਪਾਂ ਬੋਧੀ ਦੇਖੀਏ, ਆਪਾਂ ਕਹਿੰਦੇ ਕਿ ਬੜੇ ਹੀ ਪੀਸਫੁਲ ਕੌਮ, ਇਸੇ ਤਰ੍ਹਾਂ ਬੋਧੀ ਸ਼੍ਰੀਲੰਕਾ 'ਚ ਵੀ ਨੇ, ਪਰ ਉਹ ਦੇਖੋ ਵੀ ਉਹਨਾਂ ਨੇ ਤਾਮਿਲਾਂ ਨਾਲ ਕੀ ਕੀਤਾ। ਇਸੇ ਤਰ੍ਹਾਂ ਜਿਹੜੇ ਬਰਮਾ ਦੇ ਬੋਧੀ ਉਹਨਾਂ ਨੇ ਰੋਹਿੰਗਾਸ ਨਾਲ ਕੀ ਕੀਤਾ। ਉਹਨਾਂ ਕੋਲੇ ਨਾ ਤਾਂ ਕੋਈ ਨੈਸ਼ਨੈਲਿਟੀ ਆ ਅੱਜ ਤੱਕ, ਕਿਉਂਕਿ ਉਹ ਰਹਿੰਦੇ ਤਾਂ ਸਦੀਆਂ ਤੋਂ ਨੇ ਉੱਥੇ, ਪਰ ਉਹਨਾਂ ਨੂੰ ਨੈਸ਼ਨੈਲਿਟੀ ਨਹੀਂ ਦਿੱਤੀ ਗਈ। ਜੀ ਕੁਕੀ ਜੀ, ਜਿਹੜੀਆਂ ਸਟੇਟ ਦੀਆਂ ਪਾਲਿਸੀਜ਼ ਨੇ ਬਹੁਤ ਵੱਡਾ ਰੋਲ ਪਲੇ ਕਰਦੀਆਂ ਨੇ, ਔਰ ਇਸੇ ਕਰਕੇ ਜਿਹੜਾ ਤੁਸੀਂ ਦੱਸਿਆ ਵੀ ਜਿਹੜੇ ਬੋਧੀ ਨੇ ਉਹਨਾਂ ਦਾ ਬਿਹੇਵੀਅਰ ਕਿਹੜੇ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦਾ ਔਰ ਦੂਸਰੇ ਦੇਸ਼ ਚਲੇ ਜਾਓ ਤਾਂ ਉੱਥੇ ਕਿਵੇਂ ਦਾ ਹੈਗਾ। ਲੇਕਿਨ ਭਾਰਤ ਦੀ ਅਗਰ ਆਪਾਂ ਗੱਲ ਕਰੀਏ ਸਰ, ਇੱਥੇ ਜਿਹੜੀਆਂ ਐਜੂਕੇਸ਼ਨ ਦੀਆਂ ਪਾਲਿਸੀਜ਼ ਨੇ, ਇੱਥੇ ਜਿਹੜੀਆਂ ਇੰਪਲੋਇਮੈਂਟ ਦੀਆਂ ਪਾਲਿਸੀਜ਼ ਨੇ, ਜਾਂ ਇੰਪਲੋਇਮੈਂਟ ਗਰੰਟੀ ਸਕੀਮਸ ਕੋਈ ਜਿਹੜੀਆਂ ਨੇ, ਉਹ ਕਿਤੇ ਵੀ ਨਜ਼ਰ ਨਹੀਂ ਆਉਂਦੀਆਂ। ਕਿੱਡਾ ਵੱਡੇ ਲੈਵਲ ਤੇ ਦਬਾਅ ਸਿਸਟਮ ਦੇ ਉੱਤੇ ਇਸ ਕਰਕੇ ਹੈ ਕਿਉਂਕਿ ਆਪਾਂ ਵਧੀਆ ਐਜੂਕੇਸ਼ਨ ਦੇ ਨਹੀਂ ਪਾਏ। ਉਹ ਐਜੂਕੇਸ਼ਨ ਵਧੀਆ ਕਹਿੰਦੀ ਹਾਂ ਮੈਂ, ਜਿਹੜੀ ਸਰਕਾਰ ਵੱਲੋਂ ਐਟ ਦ ਈਜ਼, ਐਟ ਦ ਕੰਫਰਟ ਲੈਵਲ ਤੇ ਆ ਕੇ ਮਾਂ ਪਿਓ ਦੀ ਜੇਬ ਚੋਂ ਜ਼ਿਆਦਾ ਪੈਸਾ ਪ੍ਰਾਈਵੇਟ ਸਕੂਲਾਂ ਦਾ ਐਂਡ ਪੂਰਾ ਪ੍ਰੈਸ਼ਰ ਪਾ ਕੇ ਨਾ ਕਢਾਇਆ ਜਾਵੇ ਔਰ ਸਰਕਾਰ ਮੁਹੱਈਆ ਕਰਾਵੇ।
ਉਹ ਵਿਦਿਆ, ਉਹ ਰੋਜ਼ਗਾਰ ਦੀਆਂ ਓਪਰਚੁਨਿਟੀਜ਼ ਉਹ ਕਿਤੇ ਵੀ ਨਜ਼ਰ ਨਹੀਂ ਆਉਂਦੀਆਂ ਸਰ। ਇੱਥੇ ਨਾ ਆਪਾਂ ਕਹਿੰਦੇ ਕਿ ਸਾਡੀ ਬਹੁਤ ਟੌਪ ਦੀ ਐਜੂਕੇਸ਼ਨ ਹੈਗੀ, ਪਰ ਜਿਹੜੀਆਂ ਹੁਣ ਨਵੀਆਂ ਯੂਨੀਵਰਸਿਟੀਜ਼ ਦੀਆਂ ਰੈਂਕਿੰਗ ਆਈਆਂ ਨਾ, QS ਰਿਪੋਰਟ ਆਈ ਹੈਗੀ ਜਿਹੜੀ ਵਰਲਡ ਰੈਂਕਿੰਗਸ ਦੱਸਦੀ ਆ ਇੰਸਟੀਟਿਊਸ਼ਨਸ ਦੀ, ਉਹਦੇ ਵਿੱਚ ਪਹਿਲੀ ਵਾਰੀ ਹੋਇਆ ਕਿ ਸਿਰਫ ਇੱਕ ਯੂਨੀਵਰਸਿਟੀ ਹੈ, ਇੰਸਟੀਟਿਊਸ਼ਨ ਆ ਬੰਬੇ ਦਾ, ਜਿਹੜਾ ਕਿ ਪਹਿਲੇ 150 ਯੂਨੀਵਰਸਿਟੀਜ਼ ਦੇ ਵਿੱਚ 150ਵਾਂ ਉਹਨਾਂ ਦਾ ਰੈਂਕ ਹੈਗਾ। ਨਹੀਂ ਤਾਂ ਆਪਾਂ ਕਿਤੇ ਵੀ ਨੇੜੇ ਤੇੜੇ ਵੀ ਹੈ ਨਹੀਂ ਜਿੱਥੇ ਜਾ ਕੇ ਇੰਡੀਆ ਦੇ ਇੰਸਟੀਟਿਊਟਸ 'ਚ ਟੌਪ ਦੇ IITs ਨੇ, IIMs ਨੇ, ਉਹ ਜਾ ਕੇ ਰੈਂਕਿੰਗ 'ਚ ਆਉਂਦੇ ਆਫਟਰ 400 to 500 ਦੇ ਵਿੱਚ। ਆਪਣੇ ਪੰਜਾਬ ਤਾਂ ਆਪਾਂ ਆਪਣੇ ਬਹੁਤ ਹੀ ਬੁਰੀ ਤਰ੍ਹਾਂ ਪਛੜ ਚੁੱਕੇ। ਜਿਹੜੀ ਇੱਕ ਯੂਨੀਵਰਸਿਟੀ ਪ੍ਰਾਈਵੇਟ ਆ ਚੰਡੀਗੜ੍ਹ ਯੂਨੀਵਰਸਿਟੀ, ਉਹਦੀ ਰੈਂਕਿੰਗ ਜਾ ਕੇ 700 ਪਲੱਸ ਤੋਂ ਸ਼ੁਰੂ ਹੁੰਦੀ ਹੈ। ਪੰਜਾਬ ਯੂਨੀਵਰਸਿਟੀ ਵੀ ਲਗਾਤਾਰ ਜਿਹੜੀ ਕਿ ਪਹਿਲੇ 500 ਯੂਨੀਵਰਸਿਟੀ ਦੀ ਰੈਂਕਿੰਗ ਦੇ ਨੇੜੇ ਤੇੜੇ ਰਹਿੰਦੀ ਸੀ, ਉਹ ਵੀ ਬਹੁਤ ਬੁਰੀ ਤਰ੍ਹਾਂ ਪਛੜ ਕੇ ਬਹੁਤ ਥੱਲੇ ਚਲੀ ਗਈ ਹੈਗੀ। ਬਾਕੀ ਤੁਸੀਂ ਅਦਾਰੇ ਇੱਥੇ 23 ਯੂਨੀਵਰਸਿਟੀਜ਼ ਨੇ ਪੰਜਾਬ 'ਚ, ਉਹਨਾਂ ਦਾ ਤੁਸੀਂ ਆਪੇ ਮਿਆਰ ਦੇਖ ਲਓ ਵੀ ਕੀ ਹੈਗਾ। ਜਿਹੜਾ ਦੂਜਾ ਹੈਗਾ, ਜਿਹੜਾ ਅੱਜ ਕੱਲ੍ਹ ਖਬਰਾਂ 'ਚ ਦੁਬਾਰਾ ਚਰਚਾ ਬਣੀ, ਉਹ ਕੋਟਾ ਜਿਹੜਾ ਹੈਗਾ ਜਿੱਥੇ ਕੋਚਿੰਗ ਫੈਕਟਰੀਜ਼ ਚੱਲ ਰਹੀਆਂ 1985 ਤੋਂ, ਉੱਥੇ ਜਿਹੜੇ ਹੈਗਾ ਬੱਚਿਆਂ ਦਾ ਕਿਸ ਤਰ੍ਹਾਂ exploitation ਹੋ ਰਹੀ ਹੈ to make their careers, on behest of making their careers and on behest of making their dreams come true, ਕਿ ਉਹਨਾਂ ਦੇ ਜਿਹੜੇ ਸੁਪਨੇ ਉਹ ਸੱਚਾਈ 'ਚ ਬਦਲੇ ਜਾਣ। ਬੱਚਿਆਂ ਤੇ, ਛੋਟੇ ਬੱਚਿਆਂ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਹੈਗਾ ਕਿ ਤੁਸੀਂ ਇਹੀ ਇੱਕ ਤੁਹਾਡੇ ਕੋਲੇ ਰਸਤਾ ਹੈਗਾ ਆਪਣੀ ਸੈਲਫ ਸਿਕਿਉਰਿਟੀ ਦਾ, ਕਿ ਤੁਸੀਂ ਚੰਗੇ ਇੰਸਟੀਟਿਊਟਸ ਦੇ ਵਿੱਚ ਦਾਖਲ ਹੋ ਜਾਓ ਥਰੂ ਕੋਟਾ ਫੈਕਟਰੀ ਲਾਈਨਸ। ਉੱਥੇ ਤੁਸੀਂ ਦੇਖ ਲਓ ਕਿ ਹਰ ਸਾਲ ਹੁਣ ਉੱਥੇ ਜਿਹੜੀਆਂ ਡੀਲਸ ਹੋ ਰਹੀਆਂ ਨਾ, ਉੱਥੇ ਜੋ ਬਣ ਚੁੱਕੇ ਆ ਕੋਚਿੰਗ ਫੈਕਟਰੀ, ਇਟ ਇਜ਼ ਵਨ ਆਫ ਦਾ ਮੋਸਟ ਲਿਊਕਰੇਟਿਵ ਐਜੂਕੇਸ਼ਨ ਸੈਂਟਰ ਹੈਗਾ, ਜਿਹਦੇ ਬਾਰੇ ਇੱਕ ਪਿਕਚਰ ਵੀ ਬਣਾਈ ਸੀਗੀ ਉਹਨਾਂ ਨੇ, ਮੈਂ ਕਿਹਾ ਸੱਤਿਆਗ੍ਰਹਿ, ਕਿਹੜੀ ਅਮਿਤਾਭ ਬੱਚਨ ਹੋਣਾ ਤੇ ਦੀਪਿਕਾ ਪਾਡੂਕੋਨ ਨੇ, ਉਹਨਾਂ ਨੇ ਬਿਹਾਰ ਬਾਰੇ ਬਣਾਈ ਸੀ, ਜਿਹੜਾ ਟੌਪ 30 ਸਕੂਲ ਦਾ ਇੱਕ ਮਾਡਲ ਰੱਖ ਕੇ। ਪਰ ਜਿਹੜਾ ਕੋਟਾ ਦੇ ਵਿੱਚ ਜੋ ਕੁਝ ਹੋ ਰਿਹਾ, ਕਿਉਂਕਿ ਉੱਥੇ ਲਗਾਤਾਰ ਇਸ ਸਾਲ ਦੇ ਹੁਣ ਤੱਕ ਉੱਥੇ 15 ਬੱਚਿਆਂ ਦੀ ਸੁਸਾਈਡ ਹੋ ਚੁੱਕੀ ਹੈ, ਤੇ ਇਹ ਸੁਸਾਈਡ ਦਾ ਰੇਟ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਸਿੰਸ 2008 ਇਹ ਬਾਰ-ਬਾਰ ਫਿਗਰ ਆਊਟ ਕਰ ਰਿਹਾ। ਈਵਨ ਰਾਜਸਥਾਨ ਗਵਰਨਮੈਂਟ ਨੇ ਉਹਨੂੰ ਇਨਵੈਸਟੀਗੇਟ ਕਰਨ ਲਈ ਕਿਹਾ ਸੀਗਾ, ਪਰ ਉਹ ਕਿਤੇ ਵੀ ਉਹਨਾਂ ਦੀ, ਕਿਉਂਕਿ ਲੌਬੀ ਇੰਨੀ ਸਟਰੋਂਗ ਹੈਗੀ ਆ, ਉਹ ਕਿਤੇ ਵੀ ਤਰਪੱਤਾ ਨਹੀਂ ਲੱਗ ਸਕਿਆ। ਅੱਜ ਉੱਥੇ ਜੋ ਹਾਲਾਤ ਹੈਗੇ ਆ, ਉੱਥੇ ਇਹ ਜਿਹੜਾ ਇੰਸਟੀਚਿਊਟ ਆ ਕੋਟਾ ਦੇ ਵਿੱਚ 1985 ਦੇ ਵਿੱਚ ਇੱਕ ਇੰਜੀਨੀਅਰ ਸੀਗਾ, JK ਸਿੰਥੈਟਿਕ ਕੰਪਨੀ ਦੇ ਵਿੱਚ ਉੱਥੇ ਕੰਮ ਕਰਦਾ ਸੀ ਕੋਟਾ 'ਚ, ਕਿਉਂਕਿ ਕੋਟਾ ਪਹਿਲੇ ਇੱਕ ਇੰਡਸਟਰੀਅਲ ਟਾਊਨ ਸੀ, ਉਹਦੀ ਸਾਰੀ ਇੰਡਸਟਰੀ ਫਲੋਪ ਹੋ ਗਈ ਸੀ। ਉਹਦੇ ਵਿੱਚੋਂ ਇੱਕ VK ਬਾਂਸਲ ਨਾਮੀ ਇੰਜੀਨੀਅਰ ਸੀਗਾ, ਜਿਹਨੇ ਸਾਰਿਆਂ ਨਾਲੋਂ ਪਹਿਲੇ 85 ਦੇ ਵਿੱਚ ਬਾਂਸਲ ਕੋਚਿੰਗ ਕਲਾਸਿਸ ਸ਼ੁਰੂ ਕੀਤੀਆਂ, ਜਿਹੜਾ ਕਿ ਅੱਜ ਸਾਰਿਆਂ ਨਾਲੋਂ ਟੌਪ, ਵਨ ਆਫ ਦਾ ਟੌਪ ਇੰਸਟੀਚਿਊਟਸ ਹੈਗਾ ਕੋਚਿੰਗ ਦਾ। ਉੱਥੇ ਜਿਹੜੀਆਂ ਪਿਛਲੇ ਕੁਝ ਮਹੀਨਿਆਂ 'ਚ ਡੀਲਾਂ ਹੋਈਆਂ ਨੇ, 400 ਤੋਂ ਲੈ ਕੇ 700 ਮਿਲੀਅਨ ਡਾਲਰ ਤੱਕ ਦੀਆਂ ਡੀਲਸ ਹੋਈਆਂ ਨੇ, ਕਿ ਇੰਨਾ ਲਿਊਕਰੇਟਿਵ ਬਿਜ਼ਨਸ ਬਣ ਚੁੱਕਿਆ ਕਿ ਉੱਥੇ ਆਨਲਾਈਨ ਕਲਾਸਿਸ ਵੀ ਨੇ, ਪਰ ਬਹੁਤੇ ਪ੍ਰੈਫਰ ਕਰਦੇ ਆਫਲਾਈਨ। ਪਰ ਉੱਥੇ 2,25,000 ਸਟੂਡੈਂਟ ਹਰ ਸਾਲ ਦਾਖਲਾ ਲੈਂਦਾ ਹੈਗਾ, ਤੇ ਉਹਦੇ ਵਿੱਚੋਂ ਸਕਸੈਸ ਰੇਟ ਪਤਾ ਕਿੰਨਾ ਹੈਗਾ? ਸਿਰਫ 2500। ਬਾਕੀ ਜਿਹੜੇ 2,22,000 ਬੱਚਾ ਕਿੱਥੇ ਜਾਂਦਾ? ਉਹਦੇ ਵਿੱਚ ਬੱਚਿਆਂ ਤੇ ਇੰਨਾ ਸਟ੍ਰੈਸ ਹੈ ਕਿ ਤੁਸੀਂ ਆਪਣਾ ਕੈਰੀਅਰ ਤਾਂ ਬਣਾਉਣਾ ਹੀ ਬਣਾਉਣਾ, ਪਰ ਤੁਸੀਂ ਆਪਣੀਆਂ ਪੇਰੈਂਟਸ ਦੀਆਂ ਐਸਪੀਰੇਸ਼ਨਸ ਵੀ ਆਪਣੇ ਮੋਢਿਆਂ ਤੇ ਕੈਰੀ ਕਰਦੀਆਂ। ਜਦੋਂ ਕਿ ਜਿਹੜੀ ਐਜੂਕੇਸ਼ਨ ਹੁੰਦੀ, ਇਟ ਇਜ਼ ਟੂ ਕ੍ਰੀਏਟ ਕ੍ਰੀਏਟੀਵਿਟੀ ਇਨ ਯੰਗ ਮਾਈਂਡਸ, ਉਹਨਾਂ ਵਿੱਚ ਇੱਕ ਉਤਸੁਕਤਾ ਪੈਦਾ ਕੀਤੀ ਜਾਵੇ, ਇੱਕ ਚਾਹਤ ਪੈਦਾ ਕੀਤੀ ਜਾਵੇ, ਜਿਹਦੇ ਨਾਲ ਉਹ ਆਪਣੇ ਆਪ ਨੂੰ ਅਟਰੈਕਟ ਫੀਲ ਕਰਨ ਐਜੂਕੇਸ਼ਨ ਵੱਲ, ਨੋਟ ਟੂ ਇਨਕਲਕੇਟ ਫੋਰਸਫੁਲੀ ਜਿਵੇਂ ਉੱਥੇ ਹੋ ਰਿਹਾ ਹੈਗਾ। ਇਹ ਜਿਹੜੀ ਉੱਥੇ ਦੇਖੋ ਜਿਹੜੀ ਫੀਸ ਹੈਗੀ 1 ਸਾਲ ਦੀ ਸਿਰਫ ਐਜੂਕੇਸ਼ਨ ਦੀ, ਮੈਂ ਰਹਿਣ ਦਾ ਨਹੀਂ ਦੱਸ ਰਿਹਾ, ਰਹਿਣ ਦਾ ਤਾਂ ਅਲੱਗਾ ਖਰਚ ਨੇ, ਉੱਥੇ ਹੈਗੀ ਆ ਅਰਾਊਂਡ 1.25 ਲੱਖ ਰੁਪਇਆ ਜਿਹੜੀ ਹੈਗੀ ਆਫਲਾਈਨ ਕਲਾਸਿਸ ਦਾ, ਤੇ ਜਿਹੜੀ ਹੈਗੀ ਆ ਆਨਲਾਈਨ ਹੈਗੀ ਉਹ 30,000 ਤੋਂ ਲੈ ਕੇ 60,000 ਤੱਕ ਪਰ ਐਨਮ। ਤੇ ਜਿਹੜੇ ਉੱਥੇ ਸਾਰਿਆਂ ਨਾਲੋਂ ਸੌਟ ਆਫਟਰ ਟੀਚਰਸ ਹੈਗੇ, ਉਹ ਟੈਲੈਂਟ ਦੂਰੋਂ ਲੈ ਕੇ ਆਉਂਦੇ ਆ। ਉੱਥੇ ਇੱਕ ਤਰ੍ਹਾਂ ਨਾਲ ਬੱਚਿਆਂ ਨੂੰ ਮਸ਼ੀਨਿਕ ਯੁੱਗ ਦੇ ਨਾਲ ਉਹਨਾਂ ਨੂੰ ਇੱਕ ਮਸ਼ੀਨ ਬਣਾ ਦਿੰਦੇ ਆ। 16 17 ਘੰਟੇ ਬੱਚਿਆਂ ਨੂੰ ਕੋਚਿੰਗ ਸੈਂਟਰ 'ਚ ਰਹਿਣਾ ਪੈਂਦਾ ਹੈਗਾ,
ਕਈ ਬੱਚਿਆਂ ਨੇ ਜਿਹੜੇ ਸੁਸਾਈਡ ਨੋਟਸ ਲਿਖੇ ਨੇ, ਉਹਨਾਂ ਨੇ ਗਵਰਨਮੈਂਟ ਆਫ ਇੰਡੀਆ ਨੂੰ ਵੀ ਬਾਰ-ਬਾਰ ਅਪੀਲ ਕੀਤੀ ਆ ਕਿ ਸਾਨੂੰ ਪੜ੍ਹਾਈ ਦੇ ਮਤਲਬ ਕਿ ਦਿਖਾ ਕੇ ਛਲਾਵਾ ਸਾਨੂੰ ਮਾਰੋ ਨਾ। ਸਾਡਾ ਜਿਹੜਾ ਯੰਗ ਮਾਈਂਡ ਆ, ਇਹਨੂੰ ਜੋ ਸਮੇਂ ਦੇ ਨਾਲ ਸਾਡੀ ਕ੍ਰੀਏਟਿਵਨੈਸ ਤੁਸੀਂ ਸਾਡੀ ਖਤਮ ਕਰ ਰਹੇ ਇੱਥੇ। ਸਾਨੂੰ ਫੋਰਸਫੁਲੀ ਡਰਿਵਨ ਕਰ ਰਹੇ ਆ ਟੂਵਰਡਸ ਐਜੂਕੇਸ਼ਨ, ਜਿਹੜੀ ਕਿ ਸਾਡੇ ਇਹ ਇਨਕਲਕੇਟ ਨਹੀਂ ਹੋਈ। ਤੁਸੀਂ ਆਪੇ ਦੇਖੋ ਕਿ ਜੇ 2 ਲੱਖ ਬੱਚਿਆਂ ਵਿੱਚੋਂ ਸਿਰਫ 2500 ਬੰਦਿਆਂ ਦਾ ਸਕਸੈਸ ਰੇਟ ਆ, ਇਹ ਕਹਿੰਦੇ ਵੀ 10% ਰੇਟ ਆ, ਇਹ ਹਾਈਐਸਟ ਇਨ ਇੰਡੀਆ ਹੈਗਾ। ਵੈਸੇ ਓਵਰਆਲ ਇੰਡੀਆ ਦੀ ਜਿਹੜੀ ਨੈਸ਼ਨਲ ਐਵਰੇਜ ਹੈਗੀ ਆ, ਉਹ ਹੈਗੀ 3%। ਤੇ ਫਿਰ ਜੇ ਆਪਾਂ ਅੱਗੇ ਲਾਈਏ, ਜਿਹੜੇ ਬੱਚੇ ਟੌਪ ਇੰਸਟੀਚਿਊਟਸ ਜਾਂਦੇ ਨੇ, ਉਹਨਾਂ 'ਚ ਜੇ 100 ਬੱਚਾ ਗਿਆ ਤਾਂ 90 ਬੱਚੇ ਪਲੱਸ ਜਿਹੜੇ ਆ ਉਹ ਇੱਥੋਂ ਪਲਾਨ ਆਊਟ ਕਰ ਜਾਂਦੇ ਇੰਡੀਆ 'ਚ। ਕਿਉਂਕਿ ਪਿਛਲੇ 9 ਸਾਲਾਂ ਦੇ ਵਿੱਚ 1 ਮਿਲੀਅਨ ਪਲੱਸ ਜਿਹੜੇ ਹਾਈ ਇਨਕਮ ਫੈਮਿਲੀ ਸੀਗੀਆਂ, ਉਹ ਇੰਡੀਆ ਦੀ ਸਿਟੀਜ਼ਨਸ਼ਿਪ ਨੂੰ ਰਿਵੋਕ ਕਰ ਚੁੱਕੀਆਂ ਨੇ ਤੇ ਵੈਸਟਰਨ ਵਰਲਡ ਚਲੇ ਗਏ। ਈਵਨ ਕਿ ਜਿਹੜਾ ਅਰਬ ਵਰਲਡ ਹੈਗਾ, ਉਸ ਮੁਲਕਾਂ 'ਚ ਜਾ ਕੇ ਉਹਨਾਂ ਨੇ ਆਪਣੀ ਰੈਜ਼ੀਡੈਂਸੀ ਲੈ ਲਈ ਹੋਈ। ਈਵਨ ਸਿੰਗਾਪੁਰ ਲਾ ਲਓ, ਚਾਹੇ ਆਸਟ੍ਰੇਲੀਆ ਲਾ ਲਓ, ਚਾਹੇ ਉੱਥੋਂ ਹੋਰ ਤੁਸੀਂ ਮੁਲਕ ਦੇਖੋ, ਨਿਊਜ਼ੀਲੈਂਡ ਹੈਗਾ, ਬਾਕੀ ਵੈਸਟਰਨ ਵਰਲਡ ਹੈਗਾ, ਯੂਰਪ ਹੈਗਾ, ਇਸੇ ਤਰ੍ਹਾਂ ਅਮਰੀਕਾ ਹੈਗਾ, ਜਿਹੜੀਆਂ ਫੇਵਰਡ ਡੈਸਟੀਨੇਸ਼ਨ ਆਫਟਰ ਚਾਈਨਾ ਤੇ ਰਸ਼ੀਆ ਤੋਂ ਬਾਅਦ ਤੀਜਾ ਵੱਡਾ ਮੁਲਕ ਆ ਇੰਡੀਆ, ਜਿੱਥੋਂ ਸਾਰਿਆਂ ਨਾਲੋਂ ਵੱਧ ਜਿਹੜੀ ਹੈਗੀ ਆ ਲੋਕੀ ਆਪਣੀਆਂ ਸਿਟੀਜ਼ਨਸ਼ਿਪਸ ਰਿਵੋਕ ਕਰਕੇ ਬਾਹਰ ਜਾ ਰਹੇ ਆ। ਜੀ ਕੁਕੀ ਜੀ, ਇਹ ਤਾਂ ਯੂਨੀਫਾਰਮ ਸਿਵਲ ਕੋਡ ਦੀ ਜਦੋਂ ਡਿਬੇਟ ਕਰਦੀ ਹੈ ਸਰਕਾਰ, ਇਹਨੂੰ ਸ਼ੁਰੂ ਕਰ ਦਿੰਦੀ ਹੈ, ਤੇ ਉਹ ਪਤਾ ਲੱਗਿਆ ਕਿ ਜਿੱਦਾਂ ਤੁਸੀਂ ਕੋਟਾ ਫੈਕਟਰੀ ਦੀ ਗੱਲ ਕੀਤੀ ਵੀ ਕਿਵੇਂ ਉੱਥੇ ਇਟਸ ਲਿਟਰਲੀ ਐਜੂਕੇਸ਼ਨ ਫੈਕਟਰੀ ਐਂਡ ਐਜ਼ ਵੈਲ ਐਜ਼ ਸੁਸਾਈਡ ਫੈਕਟਰੀ। ਜਿਵੇਂ ਉੱਥੇ 16-17 ਸਾਲ ਦੀ ਉਮਰ ਦੇ ਬੱਚੇ ਸੁਸਾਈਡ ਕਮਿਟ ਕਰਦੇ ਨੇ। ਉਧਰ ਨੂੰ ਧਿਆਨ ਨਾ ਕਰਕੇ ਸਾਨੂੰ ਸਿਰਫ ਯੂਨੀਫਾਰਮ ਸਿਵਲ ਕੋਡ ਔਰ ਹੋਰ ਜਿਹੜੇ ਧਾਰਮਿਕ ਮੁੱਦੇ ਆ ਉਹ ਬਹਿਸਾਂ ਦੇ ਵਿੱਚ ਫਸਾਇਆ ਜਾ ਰਿਹਾ। ਸਰ, ਮੈਂ ਤੁਹਾਨੂੰ ਇੰਟਰਨੈਸ਼ਨਲ ਮਸਲੇ ਤੇ ਅੱਗੇ ਲੈ ਕੇ ਜਾ ਰਹੀ ਹਾਂ। ਸਰ, ਰਸ਼ੀਆ ਦੇ ਵਿੱਚ ਜਿਸ ਤਰ੍ਹਾਂ ਇੱਕ ਵੈਗਨਰ ਗਰੁੱਪ, ਇੱਕ ਪ੍ਰਾਈਵੇਟ ਮਰਸਨਰੀਜ਼, ਉਹਨਾਂ ਨੇ ਇੱਕ ਰਿਬੇਲੀਅਸ ਐਕਟ ਕੀਤਾ ਰਾਸ਼ਟਰਪਤੀ ਪੁਤਿਨ ਦੇ ਖਿਲਾਫ। ਉਹਨੇ ਇੱਕ ਬਹੁਤ ਵੱਡੀ ਨਿਊਜ਼ ਬਣਾਈ ਜੀ। ਪਿਛਲਾ ਹਫਤਾ ਪੂਰਾ ਲੋਕਾਂ ਦਾ ਧਿਆਨ ਉਸ ਚੀਜ਼ ਨੇ ਖਿੱਚਿਆ। ਔਰ ਨਾਲ ਹੀ ਜੋ ਇੰਟਰਨੈਸ਼ਨਲ ਮਸਲਾ ਮੈਂ ਚਾਹੁੰਦੀ ਹਾਂ, ਮੇਰੀ ਰਿਕੁਐਸਟ ਹੈ ਕਿ ਤੁਸੀਂ ਕਵਰ ਜ਼ਰੂਰ ਕਰੋ, ਉਹ ਹੈ ਸਕੈਂਡੀਨੇਵੀਅਨ ਦੇਸ਼, ਜਿਨ੍ਹਾਂ ਦੇ ਵਿੱਚ ਸਵੀਡਨ ਵੀ ਹੈ, ਜਿਹਨੂੰ ਆਪਾਂ ਬਹੁਤ ਹੀ ਪੂਰੀ ਦੁਨੀਆ ਇੱਕ ਅਲੱਗ ਨਿਗਾਹ ਦੇ ਨਾਲ ਦੇਖਦੇ ਆ ਕਿ ਉੱਥੇ ਹੈਪੀਨੈਸ ਇੰਡੈਕਸ ਬਹੁਤ ਹੈ, ਲੋਕਾਂ ਦਾ ਲਾਈਫ ਸਟਾਈਲ ਜਿਹੜਾ ਬਹੁਤ ਵਧੀਆ ਹੈਗਾ, ਖੁਸ਼ ਰਹਿੰਦੇ ਨੇ ਲੋਕ, ਉੱਥੋਂ ਦੀਆਂ ਸਰਕਾਰਾਂ ਬਹੁਤ ਵਧੀਆ ਨੇ, ਸਟੇਟ ਦੀਆਂ ਪਾਲਿਸੀਜ਼ ਜਿਹੜੀਆਂ ਨੇ ਬਾ ਕਮਾਲ ਨੇ। ਸਰ, ਉੱਥੇ ਵੀ ਕਈ ਤਰ੍ਹਾਂ ਦੀਆਂ ਕੁਰਾਨ ਬਰਨਿੰਗ ਵਾਲੀਆਂ ਇੰਸੀਡੈਂਟਸ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ। ਮੈਂ ਚਾਹੁੰਦੀ ਹਾਂ ਸਰ ਤੁਸੀਂ ਦੋਨਾਂ ਮਸਲਿਆਂ ਤੇ ਇੱਕ ਵਾਰੀ ਸਾਨੂੰ ਜਾਣੂ ਕਰਾਓ ਕਿ ਕੀ ਹੋ ਰਿਹਾ ਹੈਗਾ। ਜਿਹੜੇ ਹੈ ਨਾ ਇਹ ਪ੍ਰਾਈਵੇਟ ਮਰਸਨਰੀਜ਼ ਕੰਟਰੈਕਟਰਸ ਨੇ, ਇਹਨਾਂ ਨੂੰ PMC ਕਿਹਾ ਜਾਂਦਾ ਕਿ ਪ੍ਰਾਈਵੇਟ ਮਿਲਟਰੀ ਕੰਟਰੈਕਟਰਸ। ਇਹ ਜਿਹੜੀ ਕੰਸੈਪਟ ਹੈਗੀ ਆ, ਇਹ ਸ਼ੁਰੂ ਵੈਸਟ 'ਚੋਂ ਹੋਈ ਸੀ, ਪਰ ਜਿਹੜਾ ਬੰਦਾ ਪਹਿਲਾਂ ਮਾਈਕ ਫਰਾਰੇ ਆਇਆ ਸੀਗਾ, ਬੰਦਾ ਮੈਡ ਮਾਈਕ ਫਰਾਰੇ, ਹੀ ਵਾਜ਼ ਇੰਡੀਆ ਬੋਰਨ, ਪਰ ਸੀਗਾ ਉਹ ਵੈਸਟਰਨ ਵਰਲਡ ਦਾ, ਸ਼ਾਇਦ ਇੰਗਲੈਂਡ ਦਾ ਸੀਗਾ। ਉਹਨੇ ਸਾਰਿਆਂ ਨਾਲੋਂ ਪਹਿਲੇ ਜਿਹੜਾ ਸੀ ਇਹ ਇੱਕ ਪ੍ਰਾਈਵੇਟ ਆਰਮੀ ਬਣਾਈ ਸੀਗੀ ਆਪਣੀ, ਵਿਦਾ ਮਤਲਬ ਇਹ ਹੈਗੀਆਂ ਜਿਹੜੀਆਂ ਪ੍ਰਾਈਵੇਟ ਆਰਮੀਜ਼ ਨੇ ਮੋਸਟਲੀ ਫਰਾਂਸ ਦੀਆਂ ਹੋਈਆਂ, ਇੰਗਲੈਂਡ ਦੀਆਂ ਹੋਈਆਂ, ਜਾਂ US ਨੇ ਬਹੁਤਾ ਪ੍ਰਚਲਿਤ ਕੀਤਾ ਡਿਊਰਿੰਗ ਦਾ ਗਲਫ ਵਾਰ। ਉਹਦੇ ਵਿੱਚ ਇਹ ਗਰੁੱਪਸ ਇਹਨਾਂ ਦੀ ਨਕਲ ਕਰਕੇ ਹੀ ਰਸ਼ੀਆ ਨੇ ਵੀ ਇਸ ਤਰ੍ਹਾਂ ਦੇ ਗਰੁੱਪਸ ਕ੍ਰੀਏਟ ਕੀਤੇ, ਜਿਹਨੂੰ ਆਪਾਂ ਵੈਗਨਰ ਦਾ ਇੱਕ ਗਰੁੱਪ ਆ, ਉਹਦੇ ਨਾਲ ਕੌਸੈਕਸ ਨੇ, ਟੌਪ ਰੈਂਟ ਹੈਗੇ ਆ, ਟਾਈਗਰਸ ਹੈਗਾ, ਇੱਦਾਂ ਦੀਆਂ ਹੋਰ ਵੀ ਵੱਖ-ਵੱਖ ਉਹਨਾਂ ਦੀਆਂ ਮਿਲਟਰੀ ਮਲੀਸ਼ੀਆਸ ਬੜੇ ਹੋਏ ਨੇ। ਇਸੇ ਤਰ੍ਹਾਂ US ਦੇ ਵਿੱਚ ਹੈਗਾ ਜਿਹੜਾ ਟੌਪ ਦਾ ਹੁਣ ਉੱਥੇ ਗਰੁੱਪ ਹੈਗਾ ਐਕੈਡੈਮੀਆ। ਉਹਨਾਂ ਨੇ ਜਿਸ ਤਰ੍ਹਾਂ ਇਰਾਕ ਵਾਰ ਦੇ ਵਿੱਚ ਉਹਨਾਂ ਦਾ ਰੋਲ ਸਾਹਮਣੇ ਆਇਆ, ਇਟ ਬ੍ਰੌਟ ਸੈਵਰਲ ਕੁਐਸਚਨਸ ਕਿ ਇੱਥੇ ਇਹ ਕੀ ਹੋ ਰਿਹਾ, ਬਾਰਬੈਰਿਟੀ ਕਿਵੇਂ ਹੋਈ ਇਰਾਕ ਵਾਰ ਦੇ ਵਿੱਚ। ਇਸੇ ਤਰ੍ਹਾਂ ਅਫਗਾਨਿਸਤਾਨ ਦੇ ਵਿੱਚ ਉੱਥੇ ਇਸੇ ਤਰ੍ਹਾਂ ਜਿਹੜੇ ਆਹ ਵੈਗਨਰ ਗਰੁੱਪ ਵਰਗੇ ਹੈਗੇ ਨੇ, ਸਾਰੀ ਕੰਸੈਪਟ ਆਈ ਹੈਗੀ ਵੈਸਟ 'ਚੋਂ, ਕਿਉਂਕਿ ਵੈਸਟਰਨ ਕੰਟਰੀਜ਼ ਨੇ ਆਪਣੇ ਫਾਰ ਕਾਰਨਰਸ ਆਫ ਦੀ ਵਰਲਡ, ਜਿੱਥੇ ਵੀ ਉਹਨਾਂ ਨੂੰ ਆਪਣੇ ਇਕਨੋਮਿਕ ਇੰਟਰਸਟ ਲੱਗਦੇ ਨੇ, ਭਾਵੇਂ ਹੁਣ ਮਾਲੀ ਇੱਕ ਬਹੁਤ ਛੋਟਾ ਜਿਹਾ ਅਫਰੀਕਨ ਨੇਸ਼ਨ ਹੈਗੀ ਆ, ਜਿਹੜਾ ਲੀਬੀਆ ਦੇ ਕੋਲੇ ਦੇਸ਼ ਹੈਗਾ, ਜਿੱਥੇ ਕਿ ਟੌਰਗਸ ਜਿਹੜੇ ਨੇ ਬਹੁਤ ਲੰਮੇ ਚਿਰ ਤੋਂ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੇ ਨੇ। ਉਹਨਾਂ ਨੂੰ ਗਦਾਫੀ ਨੇ, ਜਦੋਂ ਉਹਦਾ ਰਜੀਮ ਸੀ ਲੀਬੀਆ 'ਚ, ਉਹਨੇ ਇੰਨੇ ਬਰੇਵ ਨੇ ਬੰਦੇ ਕਿ ਉਹਨੇ ਆਪਣੀ ਆਰਮੀ ਵਿੱਚ ਉਹ ਟੌਰਗ ਰੱਖੇ ਹੋਏ ਸੀ, ਉਹਨਾਂ ਦਾ ਕਬੀਲਾ ਹੈ, ਤੇ ਜਿੱਥੇ ਉਹ ਆਪ ਅੱਜ ਤੱਕ ਵੀ ਉਹਨਾਂ ਨੂੰ ਪ੍ਰੋਪਰ ਟਾਇਲਟਸ ਹੈ ਨਹੀਂ, ਉਹਨਾਂ ਕੋਲ ਨਾ ਸਾਫ਼ ਪਾਣੀ ਆ, ਪਰ ਉਹਨਾਂ ਦੇ ਮੁਲਕ ਦੇ ਵਿੱਚ
ਦੁਨੀਆ ਦਾ ਸਾਰਿਆਂ ਨਾਲੋਂ ਕੀਮਤੀ ਪਦਾਰਥ ਹੈਗਾ ਯੂਰੇਨੀਅਮ, ਜਿਹੜਾ ਕਿ ਨਿਊਕਲੀਅਰ ਯੂਜ਼ ਲਈ ਆਉਂਦਾ ਹੈਗਾ। ਉਹਨਾਂ ਦੇ ਮਿੱਟੀ ਹੋਈ ਹੀ ਸਾਰੀ ਯੂਰੇਨੀਅਮ, ਤੇ ਉੱਥੇ ਕਬਜ਼ਾ ਹੈਗਾ ਫਰਾਂਸ ਦਾ। ਤੇ ਹੁਣ ਉਹਦੇ ਜਿਹੜਾ ਸੀਗਾ ਉਹਨੂੰ ਇਹਨਾਂ ਨੇ ਸਬ ਲੀਜ਼ ਕਰਤਾ ਫਰਾਂਸ ਨੇ ਟੂ ਦਾ ਵੈਗਨਰ ਗਰੁੱਪ, ਕਿਉਂਕਿ ਵੈਗਨਰ ਗਰੁੱਪ ਜਿਹੜਾ ਹੈਗਾ ਇਹ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਵੱਲੋਂ ਸਪਾਂਸਰ ਸੀਗਾ। ਇਹਦੀ ਜਿਹੜੀ ਹੁਣ ਸਾਰੀ ਆਈ ਹੈਗੀ ਆ ਇਹਨਾਂ ਦੀ ਪ੍ਰੋਫਾਈਲ, ਇਹਨਾਂ ਕੋਲੇ ਤਕਰੀਬਨ 25,000 ਐਕਟਿਵ ਸੋਲਜਰਸ ਨੇ, ਜਿਹੜੇ ਹੁਣ ਯੂਕਰੇਨ 'ਚ ਰਸ਼ੀਆ ਦੀ ਕਲੈਂਡਸਟਾਈਨ ਦੀ ਮਦਦ ਕਰ ਰਹੇ ਨੇ। ਜਿੱਥੇ ਹੋਰ ਨੇ ਕੋਈ ਜਾਂਦਾ ਲੜਾਈ 'ਚ, ਉੱਥੇ ਸਾਰਿਆਂ ਅੱਗੇ ਇਹ ਜਾਂਦੇ ਨੇ। ਤੇ ਇਹਨਾਂ ਵਿੱਚ ਜਿਹੜੇ ਟੋਟਲ ਰਿਕਰੂਟਸ ਨੇ ਉਹ ਸਾਰੇ ਫਾਰਮਰ ਇਨਮੇਟਸ ਨੇ। ਉਹਨਾਂ ਨੂੰ ਜੇਲ੍ਹਾਂ 'ਚੋਂ ਜਿਹੜੇ ਆਪਣੀਆਂ ਕਤਲਾਂ ਕਰਕੇ ਜਾਂ ਹੋਰ ਘਿਨਾਉਣੇ ਕ੍ਰਾਈਮਸ ਕਰਕੇ ਅੰਦਰ, ਉਹਨਾਂ ਬੰਦਿਆਂ ਨੂੰ ਉੱਥੋਂ ਜੇਲ੍ਹਾਂ 'ਚੋਂ ਲਿਆਂਦਾ ਗਿਆ ਤੇ ਉਹਨਾਂ ਨੂੰ ਮਿਲਟਰੀ ਡਿਊਟੀ ਦਿੱਤੀ ਗਈ। ਇਹੀ ਚੀਜ਼ ਵੈਸਟ ਨੇ ਵਰਲਡ ਵਾਰ 2 ਦੇ ਵਿੱਚ ਵੀ ਅਪਣਾਈ ਸੀਗੀ, ਕਿ ਆਪਣੀ ਜੇਲ੍ਹਾਂ ਵਿੱਚੋਂ ਜਿਹੜੇ ਸਾਰਿਆਂ ਨਾਲੋਂ ਜ਼ਿਆਦਾ ਹਾਰਡਨਡ ਕ੍ਰਿਮੀਨਲ ਸੀਗੇ ਉਹਨਾਂ ਨੂੰ ਬਾਹਰ ਲਿਆ ਕੇ ਇਹਨਾਂ ਨੇ ਵਾਰ ਵਿੱਚ ਧੱਕਿਆ ਸੀਗਾ ਕਿ ਤੁਸੀਂ ਅੰਦਰ ਵੀ ਤਾਂ ਮਰਨਾ ਹੀ ਆ, ਵੀ ਤੁਸੀਂ ਸਾਡੇ ਨਾਲ ਆਓ। ਇਹੀ ਚੀਜ਼ ਐਗਜ਼ੈਕਟਲੀ ਹੁਣ ਯੂਕਰੇਨ 'ਚ ਹੋਈ, ਇਸੇ ਤਰ੍ਹਾਂ ਸੀਰੀਆ 'ਚ ਹੋਇਆ ਸੀਗਾ, ਇਸੇ ਤਰ੍ਹਾਂ ਇਰਾਕ ਵਿੱਚ ਹੋਇਆ, ਇਸੇ ਤਰ੍ਹਾਂ ਅਫਗਾਨਿਸਤਾਨ 'ਚ, ਇਸੇ ਤਰ੍ਹਾਂ ਸੈਂਟਰਲ ਅਫਰੀਕਨ ਰਿਪਬਲਿਕ 'ਚ ਅੱਜ ਵੀ ਚੱਲ ਰਿਹਾ ਹੈਗਾ। ਇੱਦਾਂ ਦੇ ਕਈ ਮੁਲਕ ਨੇ, ਜਿਵੇਂ ਉੱਥੇ ਲਾਇਬੇਰੀਆ ਦੇ ਵਿੱਚ ਜਿਹੜੀ ਲੜਾਈ ਹੋਈ ਸੀਗੀ ਉੱਥੇ ਰੂਲ ਕਰਨ ਦੀ, ਉਹਦੇ ਵਿੱਚ ਵੀ ਇਸੇ ਤਰ੍ਹਾਂ ਦੇ ਮਲੀਸ਼ੀਆ ਗਰੁੱਪਸ ਇਨਵੋਲਵਡ ਸੀਗੇ। ਇਹ ਜਿਹੜੀਆਂ ਹੈਗੀਆਂ ਨਾਨ ਸਟੇਟ ਐਂਟੀਟੀਜ਼ ਨੇ, ਬਟ ਦੇ ਆਰ ਸੈਂਕਸ਼ਨਡ ਬਾਏ ਦਾ ਸਟੇਟ। ਇਹਦੇ ਨਾਲ ਆਪਾਂ ਦੇਖਦੇ ਹਾਂ ਕਿ ਉਹ ਕੁਛ ਭਾਵੇਂ ਜਿੰਨੇ ਮਰਜ਼ੀ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਕਰਨ, ਵਾਰ ਕ੍ਰਾਈਮਸ ਹੋਣ, ਇਹ ਕਿਸੇ ਮਤਲਬ ਕਿ ਕਾਇਦੇ ਕਾਨੂੰਨ ਦੇ ਵਿੱਚ ਹੀ ਨਹੀਂ ਆਉਂਦੇ, ਕਿਉਂਕਿ ਸਟੇਟਸ ਹਮੇਸ਼ਾ ਡਿਨਾਈ ਕਰ ਦਿੰਦੀਆਂ ਨੇ। ਪਰ ਹੁਣ ਜਿਵੇਂ ਵੈਗਨਰ ਗਰੁੱਪ ਸੀਗਾ ਕਿ ਉਹ ਆਪਣੇ ਆਪ 'ਚ ਇੱਕ ਸਟੇਟ ਬਣ ਗਿਆ ਹੋਇਆ। ਉਹ ਜਿਹੜਾ ਪ੍ਰਿਗੋਜ਼ਿਨ ਜਿਹਦੇ ਬਾਰੇ ਆ ਰਿਹਾ ਹੈਗਾ, ਉਹ ਆਪ ਇੱਕ ਹਾਰਡਨਡ ਕ੍ਰਿਮੀਨਲ ਹੈਗਾ। ਉਹਨੇ 10 ਸਾਲ ਦੀ ਸਜ਼ਾ ਕੱਟੀ ਹੋਈ ਸੀ। ਉਹ ਜਦੋਂ ਸੋਵੀਅਤ ਯੂਨੀਅਨ ਸੀਗਾ ਉਹਦੇ ਲਾਸਟ ਫੇਜ਼ ਵਿੱਚ, ਉਦੋਂ ਉਹ ਜੇਲ੍ਹ 'ਚ ਸੀਗਾ, 10 ਸਾਲ ਦੀ ਸਜ਼ਾ ਕੱਟੀ ਉਹਨੇ। ਉਸ ਤੋਂ ਬਾਅਦ ਉਹ ਬਾਹਰ ਆਇਆ, ਉਹ ਇੱਕ ਹੌਟ ਡੌਗ ਵੈਂਡਰ ਸੀਗਾ। ਜਦੋਂ ਬਾਹਰ ਆਇਆ ਤੇ ਉਹ ਹੌਟ ਡੌਗ ਵੈਂਡਰ ਤੋਂ ਵਿਦਿਨ ਸ਼ਾਰਟ ਸਪੈਨ ਆਫ ਟਾਈਮ ਉਹ ਇੱਕ ਸਾਰਿਆਂ ਨਾਲੋਂ ਅਲੀਟ ਜਿਹੜੇ ਰੈਸਟੋਰੈਂਟ ਸੀਗੇ ਉਹਦੀ ਚੇਨ ਉਹ ਅੱਜ ਹੈਂਡਲ ਕਰਦਾ ਹੈਗਾ। ਤੇ ਉਹਦੇ ਜਿਹੜੇ ਇੰਟਰਸਟ ਨੇ ਉਹ ਵਰਲਡ ਵਾਈਡ ਨੇ, ਚਾਹੇ ਉਹ ਕੋਲ ਮਾਈਨਸ ਨੇ, ਚਾਹੇ ਗੋਲਡ ਮਾਈਨਸ ਨੇ, ਚਾਹੇ ਹੋਰ ਆ ਯੂਰੇਨੀਅਮ ਦਾ ਜਿਹੜਾ ਹੁਣ ਹੈਗਾ ਮਾਲੀ ਦੇ ਵਿੱਚ। ਇਸ ਤਰ੍ਹਾਂ ਦੀਆਂ ਉਹਦੇ ਕੋਲੇ ਇੰਟਰਸਟ ਨੇ ਜਿੱਥੇ ਉਹਦੀ ਡਾਇਰੈਕਟ ਇਨਵੋਲਵਮੈਂਟ ਹੈਗਾ। ਪਰ ਹੁਣ ਉਹਨੇ ਕਿਉਂਕਿ ਆਪਣੇ ਆਪ ਨੂੰ ਸਟੇਟ ਤੋਂ ਵੱਡਾ ਮੰਨਿਆ, ਕਿਉਂਕਿ ਉਹ ਬਾਰ-ਬਾਰ ਪ੍ਰੈਜ਼ੀਡੈਂਟ ਪੁਟਿਨ ਕੋਲੇ ਇਹ ਕਹਿ ਰਿਹਾ ਸੀ ਕਿ ਤੁਸੀਂ ਆਪਣਾ ਜਿਹੜਾ ਡਿਫੈਂਸ ਮਿਨਿਸਟਰ ਆ ਤੇ ਜਿਹੜਾ ਚੀਫ ਆਫ ਦਾ ਉਹਨਾਂ ਦਾ ਸਟਾਫ ਹੈਗਾ ਮਿਲਟਰੀ ਦਾ, ਉਹਨੂੰ ਰਿਪਲੇਸ ਕਰੋ। ਵੈਸੇ ਵੀ ਜਦ ਦੀ ਉਹਨੇ ਮਿਊਟਨੀ ਕੀਤੀ ਹੈਗੀ, ਉਦੋਂ ਦੇ ਉਹ ਦੋਨੋਂ ਨਾ ਤਾਂ ਮਿਨਿਸਟਰ ਲੱਭ ਰਿਹਾ ਤੇ ਨਾ ਉਹ ਚੀਫ ਆਫ ਸਟਾਫ ਸਾਹਮਣੇ ਆਇਆ, ਬਲਕਿ ਦੇ ਹੈਵ ਬਿਕਮ ਸੋ ਪਾਵਰਫੁਲ। ਇਸੇ ਤਰ੍ਹਾਂ ਜਿਹੜਾ ਐਕਡੈਮੀਆ ਗਰੁੱਪ ਹੈਗਾ USA ਦਾ, ਉਹਨਾਂ ਦਾ ਜਿਸ ਤਰ੍ਹਾਂ ਰੋਲ ਇਰਾਕ ਵਿੱਚ ਵੈਲ ਡਾਕੂਮੈਂਟਡ ਬਾਹਰ ਆਇਆ ਸੀ, ਉਹਨਾਂ ਨੇ ਕਿਸ ਤਰ੍ਹਾਂ ਜਿਹੜੀਆਂ ਹੈਗੀਆਂ ਉੱਥੇ ਬਰੂਟੈਲਿਟੀਜ਼ ਕੀਤੀਆਂ ਅਗੇਂਸਟ ਦਾ ਪੀਪਲ। ਈਵਨ ਜਦੋਂ IS ਦਾ ਰੋਲ ਸਾਹਮਣੇ ਆਇਆ ਇਰਾਕ ਦੇ ਵਿੱਚ ਤੇ ਫਿਰ ਸੀਰੀਆ ਦੇ ਵਿੱਚ, ਉਹਨਾਂ ਨੂੰ ਵੀ ਟੈਕਲ ਕਰਨ ਲਈ ਇਸੇ ਤਰ੍ਹਾਂ ਦੇ ਜਿਹੜੇ ਪ੍ਰਾਈਵੇਟ ਮਿਲਟਰੀ ਕੰਟਰੈਕਟਰਸ ਨੇ, ਇਹਨਾਂ ਨੂੰ ਹੀ ਆਪਣਾ ਲਾਈਨ ਆਫ ਡਿਫੈਂਸ ਦੇ ਵਿੱਚ ਫਰੰਟ ਲਾਈਨ 'ਚ ਰੱਖਿਆ ਗਿਆ ਸੀ। ਇਹ ਜਿਹੜੀਆਂ ਨੇ ਸਟੇਟ ਵਿਦਿਨ ਏ ਸਟੇਟ ਹੈਗੀਆਂ, ਐਂਡ ਦੇ ਆਰ ਨਾਟ ਗਵਰਨਡ ਅੰਡਰ ਐਨੀ ਲਾਜ਼। ਜੀ, ਮੈਂ ਸਕੈਂਡੀਨੇਵੀਅਨ ਕੰਟਰੀ ਦੀ ਗੱਲ ਨੂੰ ਵੀ ਰਿਕੁਐਸਟ ਹੈ ਕਿ ਉਹਨੂੰ ਵੀ ਨਾਲ ਲੈ ਕੇ ਚੱਲਣਾ ਸਰ, ਕਿ ਜਿਸ ਤਰ੍ਹਾਂ ਉੱਥੇ ਕੁਰਾਨ ਬਰਨਿੰਗ ਇਨਸੀਡੈਂਟ ਸਵੀਡਨ ਦੇ ਵਿੱਚ ਦੁਬਾਰਾ ਨਜ਼ਰ ਆਈ ਹੈ, ਬਹੁਤ ਕੰਪਲੈਕਸ ਹੈਗਾ। ਪਹਿਲਾਂ ਵੀ ਆਪਾਂ ਗੱਲ ਕਰ ਚੁੱਕੇ ਹਾਂ ਵੀ ਕਿਵੇਂ ਟਰਕੀ ਸਾਈਨ ਨਹੀਂ ਕਰਨਾ ਚਾਹੁੰਦਾ ਕਿ ਸਵੀਡਨ ਨੂੰ ਨੇਟੋ ਦਾ ਅੰਦਰ ਆ ਕੇ ਪ੍ਰੋਟੈਕਸ਼ਨ ਮਿਲੇ, ਉਹਦੀ ਮੈਂਬਰੀ ਮਿਲੇ ਸਰ। ਇੱਥੇ ਨਾ ਇਸ ਤਰ੍ਹਾਂ ਦੇ ਹਨੇਰੇ ਨੇ ਨਾ ਦੁਨੀਆ ਦੇ ਵਿੱਚ, ਜੇ ਆਪਾਂ ਝਾਤ ਮਾਰੀਏ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ, ਠੀਕ ਆ, ਹਰ ਇੱਕ ਇਨਸਾਨ 3 ਗੋਲਸ ਹੁੰਦੇ ਆ ਲਾਈਫ ਦੇ ਵਿੱਚ: ਲਾਈਫ, ਲਿਬਰਟੀ ਐਂਡ ਪਰਸੂਟ ਆਫ ਹੈਪੀਨੈਸ। ਇਹ ਕਿਸ ਤਰ੍ਹਾਂ ਦੇ 3 ਮਿਆਰ ਨੇ ਜਿਹਦੇ ਆਲੇ ਦੁਆਲੇ ਦੁਨੀਆ ਨੂੰ ਰੱਖਣਾ ਚਾਹੀਦਾ। ਪਰ ਜਿਸ ਤਰ੍ਹਾਂ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਹੈ ਨਾ, ਇਹ ਤਾਂ ਹੀ ਉੱਥੇ ਆਪਣੇ ਆਪ ਨੂੰ ਪ੍ਰਫੁੱਲਤ ਹੁੰਦੀ ਹੈ ਕਿ ਜੇ ਤੁਸੀਂ ਯੂ ਸ਼ੁੱਡ ਹੈਵ ਏ ਇੰਡੀਵਿਜੂਅਲ ਸੈਂਸ ਆਫ ਰਿਸਪੌਂਸਿਬਿਲਿਟੀ ਟੂ। ਠੀਕ ਆ ਕਿ ਸਵੀਡਨ ਦੇ ਵਿੱਚ ਜਿਹੜਾ ਟਰਕੀ ਦਾ ਇੰਟਰਨਲ ਕਨਫਲਿਕਟ ਹੈਗਾ ਕੁਰਦਿਸਤਾਨ, ਉਹਦਾ ਜਿਹੜੇ ਕੁਛ ਐਗਜ਼ਾਈਲ ਲੀਡਰਸ ਨੇ ਉਹ ਸਵੀਡਨ ਦੇ ਵਿੱਚ ਉਹਨਾਂ ਨੇ ਸ਼ਰਨ ਲਈ ਹੋਈ ਆ, ਤੇ ਉੱਥੇ ਉਹਨਾਂ ਪ੍ਰਤੀ ਜਿਹੜੇ ਸਵੀਡਿਸ਼ ਲੋਕੀ ਨੇ
ਉਹਨਾਂ ਦੀ ਵੀ ਉਹਨਾਂ ਪ੍ਰਤੀ ਸਨੇਹਬੂਤੀ ਹੈਗੀ, ਉਹਨਾਂ ਨਾਲ ਸਿੰਪਥੀ ਰੱਖਦੇ ਹੈਗੇ। ਹੁਣ ਇੱਥੇ ਜਿਹੜਾ ਪ੍ਰੈਜ਼ੈਂਟ ਇੰਸੀਡੈਂਟ ਹੋਇਆ, ਕਿਉਂਕਿ ਸਵੀਡਨ ਨੇ ਹੁਣ ਮੈਂਬਰਸ਼ਿਪ ਅਪਲਾਈ ਕੀਤੀ ਹੋਈ ਨੈਟੋ ਦੀ, ਉਹ ਮੈਂਬਰਸ਼ਿਪ ਉਦੋਂ ਤੱਕ ਬਹਾਲ ਨਹੀਂ ਹੋ ਸਕਦੀ ਜਦ ਤੱਕ ਸਾਰੇ ਜਿਹੜੇ ਨੈਟੋ ਦੇ ਮੁਲਕ ਨੇ ਉਹ ਸਾਈਨ ਨਾ ਕਰਨ। ਤੇ ਟਰਕੀ ਨੇ ਹਜੇ ਤੱਕ ਸਵੀਡਨ ਤੇ ਸਾਈਨ ਨਹੀਂ ਕੀਤੇ, ਕਿਉਂਕਿ ਉਹਨਾਂ ਦੀ ਡਿਮਾਂਡ ਹੈਗੀ ਆ ਕਿ ਤੁਸੀਂ ਜਿਹੜੇ ਪਹਿਲੇ ਤੁਹਾਡੇ ਕੋਲੇ ਕੁਰਦ ਰੈਬਲਸ ਨੇ ਇਹਨਾਂ ਨੂੰ ਐਕਸਟ੍ਰਾਡਾਈਟ ਕਰੋ ਬੈਕ ਟੂ ਟਰਕੀ। ਪਰ ਉਹਦੇ ਹੁਣ ਵਿਦਰੋਹ ਦੇ ਵਿੱਚ ਜੋ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਇਹ ਵਰਤਾਰਾ ਹੋ ਰਿਹਾ ਕਿ ਹੁਣ ਉਹਨਾਂ ਦੇ ਜਿਹੜੇ ਉੱਥੇ ਜ਼ਿਆਦੇ ਹਾਰਡਨਡ ਹੈਗੇ ਨੇ ਵਾਈਟ ਕਲੈਨ ਦੇ ਲੋਕੀ ਜੋ ਸਵੀਡਿਸ਼ ਨੇ, ਉਹਨਾਂ ਨੇ ਮਸਜਿਦ ਦੇ ਸਾਹਮਣੇ ਖੜੇ ਹੋ ਕੇ, ਜਦੋਂ ਉਹਨਾਂ ਦਾ ਪ੍ਰੇਅਰ ਦਾ ਟਾਈਮ ਸੀਗਾ, ਉਦੋਂ ਇਹਨਾਂ ਨੇ ਉਹਨਾਂ ਦੀ ਕੁਰਾਨ ਜਿਹੜੀ ਹੈਗੀ ਹੋਲੀ ਬੁੱਕ ਹੈਗੀ ਆ ਮੁਸਲਿਮਸ ਦੀ, ਉਹਨੂੰ ਪਾੜਿਆ ਗਿਆ। ਪਾੜਨ ਤੋਂ ਬਾਅਦ ਉਹਨੂੰ ਸਾੜ ਦਿੱਤਾ ਗਿਆ। ਤੇ ਉਹ ਵੀ ਉਹਨਾਂ ਨੇ ਤਾਂ ਕੀਤਾ ਕਿ ਉਹਨਾਂ ਨੂੰ ਕੋਰਟ ਦੀ ਪਰਮਿਸ਼ਨ ਸੀ ਅੰਡਰ ਫਰੀडम ਆਫ ਐਕਸਪ੍ਰੈਸ਼ਨ। ਹੁਣ ਭਾਵੇਂ ਉਹ ਜਿਹੜੇ ਜਿਨ੍ਹਾਂ ਨੇ ਸਾੜੀ ਹੈਗੀ ਉਹਨਾਂ ਨੂੰ ਚਾਰਜ ਇਸ ਲਈ ਕੀਤਾ ਕਿ ਤੁਸੀਂ ਪਬਲਿਕ ਪਲੇਸ ਦੇ ਵਿੱਚ ਅੱਗ ਲਾਉਣੀ ਚਾਹੀਏ। ਅੱਗ ਵੀ, ਕਿਉਂਕਿ ਉੱਥੇ ਵੀ ਅੱਗ ਨਹੀਂ ਹੈ, ਤੁਸੀਂ ਪਬਲਿਕ ਪਲੇਸ 'ਚ ਕੋਈ ਥਾਂ ਨੂੰ ਅੱਗ ਨਹੀਂ ਲਾ ਸਕਦੇ, ਉਹਦੇ 'ਚ ਚਾਰਜ ਹੋਇਆ, ਨਾ ਕਿ ਅਗੇਂਸਟ ਕਿ ਕਿਸੇ ਐਡੀ ਵੱਡੀ ਕਮਿਊਨਿਟੀ ਦੀਆਂ ਤੁਸੀਂ ਸੈਂਟੀਮੈਂਟਸ ਨਾਲ ਖਿਲਵਾੜ ਕਰ ਰਹੇ, ਜਿਹਦਾ ਕਿ ਟਰਕੀ ਨੇ ਬੜਾ ਸਟਰੋਂਗ ਆਬਜੈਕਸ਼ਨ ਲਿਆ ਹੈਗਾ। ਇਸੇ ਕਰਕੇ ਸਵੀਡਨ ਦੀ ਜਿਹੜੀ ਹੈਗੀ ਮੈਂਬਰਸ਼ਿਪ ਹਜੇ ਤੱਕ ਬਹਾਲ ਨਹੀਂ ਹੋ ਰਹੀ। ਦੂਜੇ ਪਾਸੇ ਫਿਨਲੈਂਡ ਨੇ ਵੀ ਅਪਲਾਈ ਕੀਤਾ ਸੀ, ਉਹਨਾਂ ਦੀ ਬਹਾਲ ਹੋ ਗਈ। ਉਹਨਾਂ ਲਈ ਮੈਂ ਕਿਹਾ ਟਰਕੀ ਨੇ ਸਾਈਨ ਕਰਤੇ ਹੋਏ, ਕਿਉਂਕਿ ਇਹ ਜਿਹੜੇ ਪ੍ਰੈਸ਼ਰ ਗਰੁੱਪਸ ਵੱਧ ਰਿਹਾ ਨਾ, ਜਿਹੜੀ ਹੁਣ ਨਵੀਂ ਹੋਰ ਖਬਰ ਆ ਰਹੀ ਹੈ ਇਸੇ ਤਰ੍ਹਾਂ ਦੀ ਕਿ ਜਿਹੜੇ ਨਿਊਕਲੀਅਰ ਆਰਸਨਲ ਹੈਗਾ ਵਰਲਡ ਵਾਈਡ, ਜਿਹੜੇ 9 ਮੁਲਕ ਨੇ ਵੈਸੇ ਡੈਜ਼ਿਗਨੇਟਡ ਜਿਨ੍ਹਾਂ ਕੋਲ ਇਸ ਟਾਈਮ ਤੇ ਨਿਊਕਲੀਅਰ ਹੈਗੀਆਂ ਨੇ, ਉਹਨਾਂ ਕੋਲ ਕੈਪੇਬਿਲਿਟੀਜ਼ ਹੈਗੀਆਂ, ਉਹਦੇ 'ਚ ਇੰਡੀਆ ਵੀ ਆਉਂਦਾ, ਪਾਕਿਸਤਾਨ ਆ, ਚਾਈਨਾ, ਨਾਰਥ ਕੋਰੀਆ ਹੈਗਾ, ਇਸੇ ਤਰ੍ਹਾਂ ਇੰਗਲੈਂਡ ਹੈਗਾ, ਫਰਾਂਸ ਹੈਗਾ, ਰਸ਼ੀਆ ਹੈਗਾ ਤੇ US ਹੈਗਾ। ਇਹ 9 ਮੁਲਕ ਨੇ। ਇੱਕ ਇਜ਼ਰਾਈਲ ਆ। ਇਹਨਾਂ ਕੋਲੇ ਤਕਰੀਬਨ 9576 ਨਿਊਕਲੀਅਰ ਵਾਰ ਹੈਡਸ ਹੈਗੇ ਨੇ, ਜਿਨ੍ਹਾਂ ਚੋਂ 3844 ਜਿਹੜੇ ਨੂੰ ਐਕਟਿਵਲੀ ਡਿਪਲੋਇਡ ਨੇ ਔਨ ਮਿਜ਼ਾਈਲਸ ਜਾਂ ਏਅਰਕ੍ਰਾਫਟਸ ਦੇ ਵਿੱਚ। ਈਵਨ ਆਪਣੇ ਹੁਣ ਜਿਹੜਾ ਵੈਸਟਰਨ ਪੰਜਾਬ ਆ, ਇੱਥੇ ਦੁਬਾਰਾ ਕਿਉਂਕਿ ਪਾਕਿਸਤਾਨ ਕੋਲੇ ਕੁਝ ਨੰਬਰਾਂ ਦੇ ਵਿੱਚ ਉਹਨਾਂ ਕੋਲੇ ਜ਼ਿਆਦਾ ਨਿਊਕਲੀਅਰ ਵਾਰ ਹੈਡਸ ਨੇ ਦੈਨ ਇੰਡੀਆ। ਉਹਦੇ ਇਸੇ ਤਰ੍ਹਾਂ ਚਾਈਨਾ ਨੇ ਵੀ ਆਪਣੇ ਨਿਊਕਲੀਅਰ ਵਾਰ ਹੈਡਸ ਵਧਾਏ ਨੇ। ਤੇ ਇੱਥੇ ਵੈਸਟਰਨ ਪੰਜਾਬ ਦੇ ਵਿੱਚ ਜਿਹੜੀਆਂ ਹੁਣ ਖਬਰਾਂ ਇੰਟਰਨੈਸ਼ਨਲੀ ਆਈਆਂ ਨੇ ਕਿ ਇੱਥੇ ਬਹੁਤ ਜ਼ਿਆਦਾ ਉਹਨਾਂ ਨੇ ਆਪਣਾ ਨਿਊਕਲੀਅਰ ਜਿਹੜਾ ਆਰਸਨਲ ਹੈਗਾ ਉਹ ਵੈਸਟਰਨ ਪੰਜਾਬ ਵਿੱਚ ਪਾਕਿਸਤਾਨ ਮਿਲਟਰੀ ਨੇ ਵਧਾਇਆ ਹੈਗਾ, ਜਾਂ ਇਹ ਹਾਈਟਨ ਟੈਂਸ਼ਨਸ ਨੇ। ਇਸੇ ਤਰ੍ਹਾਂ ਚਾਈਨਾ ਜਿਹੜਾ ਹੈਗਾ ਨਿਊਕਲੀਅਰ ਪਲਾਂਟ ਲਾ ਰਿਹਾ ਹੈਗਾ ਵੈਸਟਰਨ ਪੰਜਾਬ ਦੇ ਵਿੱਚ। ਇਸ ਤਰ੍ਹਾਂ ਦੀ ਜਦੋਂ ਸਥਿਤੀਆਂ ਬਣ ਰਹੀਆਂ ਨੇ, ਇਹ ਲਗਾਤਾਰ ਆਰਸਨਲ ਜਿਹੜਾ ਹੈਗਾ ਵੱਧ ਰਿਹਾ। ਹਜੇ ਤਾਂ ਜਿਵੇਂ ਇਰਾਨ ਵਰਗੇ ਮੁਲਕ ਆ ਜਿਨ੍ਹਾਂ ਦਾ ਹਜੇ ਰੌਲਾ ਪੈਂਦਾ ਕਿ ਉਹ ਵੀ ਆਪਣਾ ਨਿਊਕਲੀਅਰ ਕੈਪੇਬਿਲਿਟੀ ਵਧਾ ਰਹੇ ਨੇ, ਜਿਹਦੇ ਬਾਰੇ ਸਾਊਦੀ ਅਰੇਬੀਆ ਤੇ ਇਜ਼ਰਾਈਲ ਜਿਹੜੇ ਹੈਗੇ ਬਹੁਤ ਸਟਰੋਂਗਲੀ ਆਬਜੈਕਟ ਕਰ ਰਹੇ। ਤੇ ਇਹ ਵੀ ਸੋਚਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ 'ਚ ਕਦੀ ਵੀ ਇਜ਼ਰਾਈਲ ਦੇ ਜਿਹੜੇ ਏਅਰਕ੍ਰਾਫਟ ਆ ਉੱਥੇ ਜਾ ਕੇ ਉਹਨਾਂ ਦੀ ਨਿਊਕਲੀਅਰ ਫੈਸਿਲਿਟੀ ਤੇ ਬੋਂਬਿੰਗ ਕਰ ਸਕਦੇ। ਇਸੇ ਦਬਾਅ ਕਰਕੇ ਹੀ ਚਾਈਨਾ ਨੇ ਸਾਊਦੀ ਅਰੇਬੀਆ ਦੇ ਰਿਲੇਸ਼ਨਸ ਸੁਧਾਰੇ ਨੇ ਇਰਾਨ ਦੇ ਨਾਲ। ਇਹ ਵੀ ਪਹਿਲੀ ਵਾਰੀ ਹੋਇਆ ਕਿਉਂਕਿ ਉਹ ਸੁੰਨੀ ਕੰਟਰੀ ਹੈਗਾ ਜਿਹੜਾ ਸਾਊਦੀ ਅਰੇਬੀਆ ਹੈਗਾ, ਤੇ ਇਰਾਨ ਜਿਹੜਾ ਉਹ ਸ਼ੀਅਤ ਕੰਟਰੀ ਆ। ਹੈ ਦੋਨਾਂ ਤੇ ਹੀ ਮੁੱਲਿਆਂ ਦਾ ਕਬਜ਼ਾ ਹੈਗਾ, ਟੋਟਲੀ ਇਸਲਾਮਿਕ ਵਰਲਡ ਹੈਗੇ ਦੋਨੋਂ ਇਹ ਮੁਲਕ। ਕਿਉਂਕਿ US ਦੀਆਂ ਜਿਹੜੀਆਂ ਵੈਸਟਰਨ ਦੀਆਂ ਪਾਲਿਸੀਜ਼ ਨੇ ਉਹ ਆਪਣੇ ਇੰਟਰਸਟ ਕਰਕੇ ਇੱਥੇ ਹਜੇ ਵੀ ਉਸ ਤਰ੍ਹਾਂ ਦੇ ਜਿਹੜੀਆਂ ਰਿਪਰੈਸਿਵ ਰਜੀਮਸ ਨੇ ਇਹਨਾਂ ਬਾਰੇ ਉਹ ਕਦੀ ਕੁਐਸਚਨ ਨਹੀਂ ਉਠਾਉਂਦੇ ਕਿ ਵੀ ਵਾਂਟ ਡੈਮੋਕ੍ਰੇਸੀ ਇਨ ਸਾਊਦੀ ਅਰੇਬੀਆ, ਤੇ ਜਾਂ ਅਸੀਂ ਇਰਾਨ ਦੇ ਵਿੱਚ ਜਿਹੜੀ ਥਿਊਕਰੈਟਿਕ ਸਟੇਟ ਆ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਡਿਸਮੈਂਟਲ ਕੀਤਾ ਜਾਵੇ। ਕਿਉਂਕਿ ਪਹਿਲੇ ਜਿਹੜਾ ਇਰਾਨ ਸੀਗਾ ਉਹ ਸਾਰਿਆਂ ਨਾਲੋਂ ਦੁਨੀਆ ਦਾ ਪ੍ਰਫੁੱਲਤ ਨੇਸ਼ਨ ਸੀਗਾ, ਕਿਉਂਕਿ ਉਹਨਾਂ ਕੋਲੇ ਬਹੁਤ ਵੱਡਾ ਜ਼ਖੀਰਾ ਹੈਗਾ ਤੇਲ ਦਾ। ਇਸੇ ਤਰ੍ਹਾਂ ਸਾਊਦੀ ਅਰੇਬੀਆ ਕੋਲੇ ਹੈਗਾ। ਪਰ ਉੱਥੋਂ ਜਿਹੜੀ ਡੈਮੋਕ੍ਰੈਟਿਕਲੀ ਇਲੈਕਟਿਡ ਗਵਰਨਮੈਂਟ ਸੀਗੀ ਉਹ 1957 ਦੇ ਵਿੱਚ USA ਦੀ CIA ਨੇ, ਜਿਹੜੀ ਉਹਨਾਂ ਦੀ ਸੈਂਟਰਲ ਇੰਟੈਲੀਜੈਂਸ ਏਜੰਸੀ ਆ, ਉਹਨੇ ਉੱਥੇ ਕੂਪ ਕਰਾ ਕੇ ਉੱਥੇ ਇੱਕ ਰਾਜ ਮਤਲਬ ਕਿ ਖੜਾ ਕਰਤਾ ਸੀ, ਰਾਜਾ ਪਹਿਲਾਵੀ ਦਾ, ਜਿਹਨੂੰ ਸ਼ਾਹ ਆਫ ਇਰਾਨ ਕਹਿੰਦੇ ਸੀਗੇ। ਉਦੋਂ ਵੀ ਤਕਰੀਬਨ ਉੱਥੇ ਲਿਬਰਲ ਸੀਗਾ ਬਹੁਤ ਇਰਾਨ, ਪਰ ਅਲਟੀਮੇਟਲੀ ਫਿਰ 79 ਵਿੱਚ ਜਿਹੜਾ ਰੈਵੋਲੂਸ਼ਨ ਆਇਆ ਉਹਦੇ ਨਾਲ ਜਦੋਂ ਅਯਤੁੱਲਾ ਖਮੈਨੀ ਸੀਨ ਤੇ ਆਇਆ,
ਉਹ ਦੁਨੀਆ ਦਾ ਉਸ ਟਾਈਮ ਤੇ ਜਿਸ ਤਰ੍ਹਾਂ ਦਾ ਉਹਨੂੰ ਹੰਗਾਰਾ ਮਿਲਿਆ ਸੀ ਇਰਾਨੀਅਨ ਲੋਕਾਂ ਨੂੰ, ਉਹ ਵੀ ਇੱਕ ਆਪਣੇ ਆਪ 'ਚ ਦੇਖਣ ਵਾਲਾ ਸੀਨ ਸੀਗਾ ਕਿ ਇੰਨਾ ਵੱਡਾ ਹੰਗਾਰਾ ਕਿਉਂਕਿ ਉਦੋਂ ਪੈਰਿਸ ਦੇ ਵਿੱਚ ਐਗਜ਼ਾਈਲ 'ਚ ਸੀਗਾ। ਤੇ ਉਹ ਫਿਰ ਜਦੋਂ ਰੈਵੋਲੂਸ਼ਨ ਹੋਇਆ, ਸ਼ਾਹ ਇਰਾਨ ਦਾ ਤਖਤਾ ਪਲਟਿਆ, ਉਦੋਂ ਉਹਨਾਂ ਨੇ ਦੁਬਾਰਾ ਉੱਥੇ ਇਸਲਾਮਿਕ ਜਿਹੜੀ ਸੀਗੀ ਫੰਡਾਮੈਂਟਲਿਸਟ ਸਟੇਟ ਕ੍ਰੀਏਟ ਕੀਤੀ, ਜਿਹਦੇ ਬਾਰੇ ਹੁਣ ਪਿਛਲੇ ਸਾਲ ਤੋਂ 79 ਦੇ ਰੈਵੋਲੂਸ਼ਨ ਤੋਂ ਬਾਅਦ ਇੱਕ ਦੁਬਾਰਾ ਰੈਵੋਲੂਸ਼ਨ ਚੱਲ ਰਿਹਾ ਕਿ ਅਸੀਂ ਆਪਣੀ ਸਟੇਟ ਨੂੰ ਇਹਨਾਂ ਇਸਲਾਮਿਸਟ ਤੋਂ ਆਜ਼ਾਦ ਕਰਵਾਉਣਾ ਹੈਗਾ। ਉਸ ਮੁਲਕ ਵਿੱਚ ਵੀ ਨਿਊਕਲੀਅਰ ਬਾਰੇ ਬੜੀਆਂ ਸਟਰੋਂਗ ਸੈਂਕਸ਼ਨਸ ਲੱਗੀਆਂ ਹੋਈਆਂ, ਕਿਉਂਕਿ ਜੇ ਇਸ ਤਰ੍ਹਾਂ ਦੇ ਮੁਲਕਾਂ ਕੋਲੇ ਨਿਊਕਲੀਅਰ ਆਰਸਨਲ ਆ ਜਾਂਦਾ, ਇਹਦੇ ਨਾਲ ਦੁਨੀਆ ਦੇ ਵਿੱਚ ਖਤਰਾ ਵੱਧ ਸਕਦਾ, ਕਿਉਂਕਿ ਪਹਿਲੇ ਹੀ ਮੈਂ ਤੁਹਾਨੂੰ ਦੱਸਿਆ ਵੀ 3000 ਪਲੱਸ ਜਿਹੜੇ ਉਹ ਐਕਟਿਵਲੀ ਡਿਪਲੋਇਡ ਨੇ ਨਿਊਕਲੀਅਰ ਵਾਰਹੈਡਸ, ਜਿਹੜੇ ਕਿ ਸਿਰਫ ਇੱਕ ਟ੍ਰਿਗਰ ਅਵੇ ਆ। ਉਹ ਯੂਕਰੇਨ ਵਿੱਚ ਵੀ ਖਤਰਾ ਉਹਦਾ ਬਰਕਰਾਰ ਹੈਗਾ ਕਿ ਕਿਸੇ ਟਾਈਮ ਵੀ ਜੇ ਉਹ ਵਾਰ ਹਜੇ ਤੱਕ ਹੈਂਡਲ ਨਹੀਂ ਹੋ ਰਹੀ ਰਸ਼ੀਆ ਤੋਂ, ਤਕਰੀਬਨ ਤੁਸੀਂ ਲਾ ਲਓ ਵੀ 4.25 ਲੱਖ 375,000 ਪਲੱਸ ਲੋਕੀ ਉਸ ਵਾਰ ਵਿੱਚ ਮਰ ਚੁੱਕੇ ਆ। ਕਿੰਨੇ ਰਿਫਿਊਜੀਜ਼ ਬਣ ਰਿਹਾ, ਸਾਰਾ ਦੁਨੀਆ ਦੇ ਵਿੱਚ ਫੂਡ ਸਕਾਰਸਿਟੀ ਦੀ ਪ੍ਰੋਬਲਮ ਪਈ ਹੈ, ਕਿਉਂਕਿ ਉੱਥੇ ਉਹ ਜਿਹੜੇ ਦੋ ਰੀਜਨ ਸੀਗੇ ਰਸ਼ੀਆ ਤੇ ਯੂਕਰੇਨ, ਉਹ ਇੱਕ ਤਰ੍ਹਾਂ ਨਾਲ ਫੂਡ ਬਾਉਲ ਸੀਗੇ ਕਾਫੀ ਵੱਡੇ ਹਿੱਸੇ ਦੀ ਦੁਨੀਆ ਦੀ। ਇਸੇ ਤਰ੍ਹਾਂ એનર્ਜੀ ਦੀਆਂ ਕ੍ਰਾਈਸਿਸ ਨੇ, ਕਿਉਂਕਿ ਜਿੰਨੀ એનર્ਜੀ ਉੱਥੋਂ ਸਪਲਾਈ ਹੋ ਰਹੀ ਸੀ ਰਸ਼ੀਆ ਤੋਂ ਯੂਕਰੇਨ 'ਚ, ਉਹ ਸਾਰੀ ਸਟੈਂਡ ਸਟਿਲ ਤੇ। ਇਸੇ ਕਰਕੇ ਯੂਰਪ ਦੇ ਵਿੱਚ ਹੁਣ ਉੱਥੇ ਜਿਹੜਾ ਹੈਗਾ ਬਹੁਤ ਬੁਰੀ ਤਰ੍ਹਾਂ ਮਹਿੰਗਾਈ ਹੈਗੀ ਆ, ਤੇ ਉੱਥੇ ਰਿਸੈਸ਼ਨ ਦਾ ਪੀਰੀਅਡ ਚੱਲ ਰਿਹਾ।